ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਨ ਇੱਕ ਦਿਨ ਗਮਨੇ ਸਭਾ ਨੰਦਨ ਸ਼੍ਰੀ ਹਰਿ ਰਾਏ। ਉਮਰਾਵਨ ਮਹਿ ਸ਼ਾਹੁ ਢਿਗ ਬੈਠਿਓ ਉੱਚੀ ਥਾਏ। ਪੁਨ ਇੱਕ ਦਿਨ ਗਮਨੇ ਸਭਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਕਰੁਣਾ ਨਿਧਾਨ ਪਤਿਤ ਪਾਵਨ ਭਗਤ ਵਤਸਲ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੇ ਸਰਗੁਣ ਸਰੂਪ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਪ੍ਰਤੱਖ ਗੁਰਤਾ ਗੱਦੀ ਉੱਪਰ ਸੁਭਾਇਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੀ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਪ੍ਰਸੰਗ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਸਰਵਣ ਕਰਾਉਂਦਿਆਂ ਹੋਇਆਂ ਸਤਿਗੁਰਾਂ ਵੱਲੋਂ ਆਪਣੇ ਸਪੁੱਤਰ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਸ਼ਹਿਰ ਵਿੱਚ ਭੇਜਣ ਤੇ ਜਿਵੇਂ ਔਰੰਗਜ਼ੇਬ ਸਮੇਂ ਅਨੁਸਾਰ ਰੋਜ਼ਾਨਾ ਆਪਣੇ ਪਾਸ ਬਾਬਾ ਰਾਮ ਰਾਏ ਜੀ ਨੂੰ ਸਭਾ ਵਿੱਚ ਸੱਦਦਾ ਹੈ। ਕਿਧਰੇ ਸੈਰ ਕਰਨ ਜਾਣਾ ਹੁੰਦਾ ਤਾਂ ਵੀ ਨਾਲ ਲਿਜਾਂਦਾ ਹੈ। ਸਮੇਂ ਅਨੁਸਾਰ ਉਸ ਨੂੰ ਕਈ ਤਰ੍ਹਾਂ ਦੀਆਂ ਕਰਾਮਾਤਾਂ ਦਿਖਾਈਆਂ ਨੇ ਉਸ ਨੂੰ ਖੁਸ਼ ਕੀਤਾ ਹੈ। ਇੱਕ ਦਿਨ ਸਭਾ ਵਿੱਚ ਬੈਠੇ ਸਨ ਤਾਂ ਔਰੰਗਜ਼ੇਬ ਦੇ ਪਾਸ ਕਿਸੇ ਨੇ ਸੁੰਦਰ ਕੀਮਤੀ ਸੋਨੇ ਦੇ ਹੀਰੇ ਜੜਤ ਜਵਾਹਰਾਂ ਦੇ ਜੜਤ ਜਿਨ੍ਹਾਂ ਵਿੱਚ ਕੀਤੀ ਹੋਈ ਹੈ ਐਸੇ ਕੜੇ ਕਿਸੇ ਨੇ ਭੇਟਾ ਕੀਤੇ। ਉਹ ਲੈ ਕੇ ਆਪਣੇ ਹੱਥਾਂ ਵਿੱਚ ਔਰੰਗਜ਼ੇਬ ਦਿਖਾਉਂਦਾ ਹੈ। ਉਸ ਪਾਸ ਵੇਖ ਕੇ ਬਾਬਾ ਰਾਮ ਰਾਏ ਜੀ ਨੇ ਉਹਨਾਂ ਕੜਿਆਂ ਦੀ ਮੰਗ ਕੀਤੀ। ਪਹਿਲਾਂ ਤਾਂ ਸੁਣ ਕੇ ਵਿਚਾਰਿਆ ਕਿ ਕੜੇ ਇਹ ਕਿਵੇਂ ਦੇਵਾਂ ਤੇ ਇਹਨਾਂ ਨੂੰ ਟਾਲਾਂ ਵੀ ਕਿਵੇਂ। ਮਨ ਵਿੱਚ ਸੋਚ ਵਿਚਾਰ ਕੇ ਫਿਰ ਦੇ ਹੀ ਦਿੱਤੇ। ਬਾਬਾ ਰਾਮ ਰਾਏ ਜੀ ਉਹ ਸੋਨੇ ਦੇ ਕੜੇ ਪਾ ਕੇ ਔਰੰਗਜ਼ੇਬ ਦੀ ਸਭਾ ਵਿੱਚ ਆਇਆ ਕਰਦੇ। ਇੱਕ ਦਿਨ ਦਿੱਲੀ ਸ਼ਹਿਰ ਵਿੱਚ
ਪਾਲਕੀ ਵਿੱਚ ਬਹਿ ਕੇ ਫਿਰਨ ਵਾਸਤੇ ਗਏ ਨੇ। ਰਸਤੇ ਵਿੱਚ ਇੱਕ ਬੇਨਵੇਂ ਫਕੀਰ ਨੇ ਸ਼ਾਹਾਂ ਦਾ ਸ਼ਾਹ ਕਹਿੰਦਿਆਂ ਹੋਇਆਂ ਕੋਈ ਪਦਾਰਥ ਮੰਗੀ ਹੈ। ਉਸ ਤੋਂ ਸੁਣ ਕੇ ਬਾਬਾ ਜੀ ਨੇ ਉਸ ਨੂੰ ਉਹ ਸੁੰਦਰ ਕੀਮਤੀ ਕੜੇ ਦੇ ਦਿੱਤੇ। ਇਸ ਪ੍ਰਕਾਰ ਫਿਰ ਉੱਥੋਂ ਵਾਪਸ ਆਏ। ਜਦੋਂ ਸਭਾ ਵਿੱਚ ਪਹੁੰਚੇ ਤਾਂ ਔਰੰਗਜ਼ੇਬ ਨੇ ਖਾਲੀ ਹੱਥ ਵੇਖ ਕੇ ਆਖਿਆ ਕਿ ਜਿਹੜੇ ਮੈਂ ਕੜੇ ਦਿੱਤੇ ਸੀ ਉਹ ਕਿਉਂ ਨਹੀਂ ਹੱਥਾਂ ਵਿੱਚ ਪਾਏ ਤੁਸਾਂ? ਤਾਂ ਫਿਰ ਦੱਸ ਦਿੱਤਾ ਕਿ ਕਿਸੇ ਫਕੀਰ ਨੇ ਮੰਗੇ ਸੀ, ਉਸ ਨੂੰ ਦੇ ਦਿੱਤੇ ਆ। ਇਹ ਸੁਣ ਕੇ ਬਹੁਤ ਨਾਰਾਜ਼ ਹੋਇਆ ਔਰੰਗਜ਼ੇਬ। ਕਹਿਣ ਲੱਗਾ ਕਿ ਤੁਸਾਂ ਤਾਂ ਹੋਰ ਕਿਸੇ ਨੂੰ ਦੇ ਦਿੱਤੇ ਆ, ਜਾਂ ਤੁਹਾਨੂੰ ਆਪਣੇ ਹੱਥਾਂ ਵਿੱਚ ਪਾ ਕੇ ਰੱਖਣੇ ਚਾਹੀਦੇ ਸੀ, ਜਾਂ ਮੈਂ ਆਪਣੇ ਹੱਥਾਂ ਵਿੱਚ ਪਾ ਕੇ ਰੱਖਦਾ। ਉਹ ਤੁਸੀਂ ਮੈਨੂੰ ਵਾਪਸ ਦੇ ਦਿਓ। ਬਾਬਾ ਜੀ ਨੇ ਕਿਹਾ ਜਿਹੜੀ ਚੀਜ਼ ਦੇ ਦਿੱਤੀ ਹੈ ਕੀ ਵਾਪਸ ਮੰਗਣੀ ਹੈ ਹੁਣ ਕਿਸੇ ਤੋਂ? ਚੰਗੇ ਨਹੀਂ ਲੱਗੀਦਾ। ਜ਼ਿਆਦਾ ਵਾਰ ਕਹਿ ਕੇ ਔਰੰਗਜ਼ੇਬ ਨੇ ਜਿੱਦ ਕੀਤੀ ਤਾਂ ਫਿਰ ਉਹ ਪ੍ਰਗਟ ਹੀ ਉੱਥੋਂ ਆਪਣੀ ਸ਼ਕਤੀ ਕਰਾਮਾਤ ਦੁਆਰਾ ਬਾਬਾ ਰਾਮ ਰਾਏ ਜੀ ਨੇ ਕੜੇ ਮੰਗਵਾ ਕੇ ਉਸ ਦੇ ਪਾਸ ਦੇ ਦਿੱਤੇ। ਫਿਰ ਕੁਝ ਚੈਨ ਇਸ ਦੇ ਮਨ ਵਿੱਚ ਔਰੰਗਜ਼ੇਬ ਦੇ ਆਇਆ। ਫਿਰ ਕਹਿਣ ਲੱਗਾ, ਸ਼ਾਹਾਂ ਦਾ ਸ਼ਾਹ ਤੁਹਾਨੂੰ ਕਿਉਂ ਕਹਿੰਦੇ ਆ? ਕਿਉਂਕਿ ਮੈਨੂੰ ਸਾਰੀ ਗੱਲ ਦਾ ਪਤਾ ਲੱਗਾ ਹੈ। ਇਸ ਨੂੰ ਜਿਨ੍ਹਾਂ ਤੁਰਕਾਂ ਨੇ ਬਾਬਾ ਰਾਮ ਰਾਏ ਜੀ ਨੂੰ 92 ਫਕੀਰ ਪਾਸ ਕੜੇ ਦਿੰਦਿਆਂ ਵੇਖਿਆ ਸੀ ਤੇ ਸ਼ਾਹਾਂ ਦਾ ਸ਼ਾਹ ਬੋਲ ਸੁਣੇ ਸਨ, ਉਹਨਾਂ ਨੇ ਸ਼ਿਕਾਇਤ ਕੀਤੀ ਹੋਈ ਹੈ ਔਰੰਗਜ਼ੇਬ ਨੂੰ। ਇਸ ਕਰਕੇ ਉਸਨੇ ਕਿਹਾ ਕਿ ਤੁਹਾਨੂੰ ਕਿਉਂ ਕਿਹਾ ਜਾਂਦਾ ਹੈ? ਤਾਂ ਬਾਬਾ ਜੀ ਨੇ ਉੱਤਰ ਦਿੱਤਾ ਕਿ ਸ਼ਾਹਾਂ ਦਾ ਕੋਈ ਸਾਨੂੰ ਭਰੋਸਾ ਨਹੀਂ, ਪਤਾ ਨਹੀਂ ਅਗਲਾ ਸ਼ਾਹ ਆਉਣਾ ਜਾਂ ਨਹੀਂ ਆਉਣਾ। ਹਰ ਵੇਲੇ ਆਪਣੇ ਸਵਾਸਾਂ ਦੇ ਵਿੱਚ ਅਸੀਂ ਪਰਮੇਸ਼ਰ ਨੂੰ ਚੇਤੇ ਕਰਦੇ ਹਾਂ ਔਰ ਇਸ ਪ੍ਰਕਾਰ ਦੇ ਵਚਨ ਸੁਣਾਏ ਹੈ ਕਿ ਜਿਹੜਾ ਉਦਾਰਤਾ ਵਾਲਾ ਹੋਵੇ ਉਸਨੂੰ ਸ਼ਾਹਾਂ ਦਾ ਸ਼ਾਹ ਆਖਿਆ ਜਾਂਦਾ ਹੈ। ਜਿਹਦਾ ਬਹੁਤਾ ਹੀ ਕਮਦਿਲਾ ਸੁਭਾਅ ਹੋਵੇ, ਪਦਾਰਥ ਕਿਸੇ ਨੂੰ ਦੇ ਕੇ ਨਾ ਰਾਜੀ ਹੋਵੇ, ਭਾਵੇਂ ਰਾਜਿਆਂ ਦਾ ਰਾਜਾ, ਪਾਤਸ਼ਾਹਾਂ ਦਾ ਪਾਤਸ਼ਾਹ ਕਿਹਾ ਜਾਂਦਾ, ਪਰ ਅੰਦਰੋਂ ਮਨ ਕਰਕੇ ਕੰਗਾਲ ਹੀ ਹੁੰਦਾ ਹੈ। ਜਿਹੜਾ ਉਦਾਰ ਚਿੱਤ ਵਾਲਾ ਹੋਵੇ, ਵਸਤੂ ਦੇ ਨਾਲ ਮੋਹ ਨਾ ਕਰਕੇ ਵਸਤੂ ਦੇ ਦੇਵੇ ਕਿਸੇ ਨੂੰ, ਲੋੜਵੰਦ ਨੂੰ, ਤਾਂ ਫਿਰ ਉਸ ਨੂੰ ਸ਼ਾਹਾਂ ਦਾ ਪਾਤਸ਼ਾਹ ਆਖਿਆ ਜਾਂਦਾ ਹੈ। ਸੋ ਵਿਸਥਾਰ ਪੂਰਵਕ ਪਿੱਛੇ ਵਿਚਾਰ ਹੋ ਚੁੱਕੀ ਹੈ। ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ, ਜਿਸ ਪ੍ਰਕਾਰ ਔਰੰਗਜ਼ੇਬ ਦੀ ਸਭਾ ਵਿੱਚ ਬੈਠਣ ਵਾਲੇ ਕਾਜੀ ਮੁਲਾਣੇ ਉਲਮਾਵ ਆਦਿਕ ਬਾਬਾ ਰਾਮ ਰਾਏ ਦੀ ਹੇਠੀ ਕਰਨ ਵਾਸਤੇ ਕੋਈ ਨਾ ਕੋਈ ਜਿਵੇਂ ਸਵਾਲ ਖੜੇ ਕਰਦੇ ਆ ਕਿ ਕੋਈ ਨਾ ਕੋਈ ਇਹੋ ਜਿਹਾ ਪ੍ਰਸ਼ਨ ਕੀਤਾ ਜਾਵੇ ਜਿਸ ਦਾ ਇਹਨਾਂ ਨੂੰ ਜਵਾਬ ਨਾ ਆਵੇ, ਜਾਂ ਬਾਦਸ਼ਾਹ ਦੇ ਨਾਲ ਇਹਨਾਂ ਦੀ ਅਣਬਣ ਹੋ ਜਾਏ, ਪ੍ਰੇਮ ਵਿੱਚ ਫਰਕ ਪੈ ਜਾਵੇ, ਫਿਰ ਕੀ ਕਹਿ ਸਕਣਗੇ। ਇਸ ਪ੍ਰਕਾਰ ਜਿਵੇਂ ਉਹਨਾਂ ਨੇ ਔਰੰਗਜ਼ੇਬ ਨੂੰ ਸਮਝਾਇਆ, ਜਿਸ ਪ੍ਰਕਾਰ ਅੱਗੇ ਜੋ ਕਥਾ ਵਿਚਾਰ ਆ ਰਹੀ ਹੈ, ਪ੍ਰੇਮ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਨ ਇੱਕ ਦਿਨ ਗਮਨੇ ਸਭਾ। ਫਿਰ ਇੱਕ ਦਿਨ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਦੀ ਸਭਾ ਦੇ ਵਿੱਚ ਪਹੁੰਚੇ ਹਨ। ਨੰਦਨ ਸ਼੍ਰੀ ਹਰਿ ਰਾਏ, ਜੋ ਹਨ ਸੁਪੁੱਤਰ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਨੂੰ ਭੇਜਿਆ ਹੋਇਆ ਹੈ। ਉਮਰਾਵਨ ਮਹਿ ਸ਼ਾਹ ਢਿਗ, ਤੇ ਜਿੱਥੇ ਕਿ ਅਹਿਲਕਾਰ ਹਨ ਬਾਦਸ਼ਾਹ ਔਰੰਗਜ਼ੇਬ ਦੇ ਪਾਸ, ਬੈਠਿਓ ਉੱਚੀ ਥਾਏ। ਹੋਰ ਵੀ ਬੈਠੇ ਹੋਏ ਹਨ ਅਹਿਲਕਾਰ, ਕਾਜੀ ਮੁਲਾਣੇ ਆਦਿਕ,
ਤੇ ਉਸ ਔਰੰਗਜ਼ੇਬ ਦੇ ਪਾਸ ਉੱਚੀ ਜਗ੍ਹਾ ਦੇ ਉੱਪਰ ਬਾਬਾ ਰਾਮ ਰਾਏ ਜੀ ਬੈਠੇ। ਚੌਪਈ ਪੂਰਬ ਦੁਸ਼ਟਨ ਸ਼ਾਹ ਸਿਖਾਇਓ। ਤੇ ਪਹਿਲਾਂ ਦੁਸ਼ਟ ਸੁਭਾਅ ਵਾਲਿਆਂ ਨੇ ਔਰੰਗਜ਼ੇਬ ਨੂੰ ਸਿੱਖਿਆ ਦਿੱਤੀ। ਸ਼੍ਰੀ ਨਾਨਕ ਨਿਜ ਸ਼ਬਦ ਬਨਾਇਓ। ਪਹਿਲਾਂ ਜਿਨ੍ਹਾਂ ਨੇ ਸਮਝਾ ਰੱਖਿਆ ਸੀ, ਪਹਿਲਾਂ ਹੀ ਸਮਝਾ ਦਿੱਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਜੋ ਸ਼ਬਦ ਉਚਾਰਨ ਕੀਤਾ ਹੈ, ਤਿਸ ਮਹਿ ਕਰਿਓ ਤੁਰਕ ਮਤ ਖੰਡਨ। ਤੇ ਉਸ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਨੇ ਤੁਰਕਾਂ ਦੇ ਮਤ ਦਾ ਖੰਡਨ ਕੀਤਾ ਹੈ। ਹਿੰਦੁਨ ਮਤ ਕੋ ਕੀਨ ਸਮੰਡਨ। ਤੇ ਹਿੰਦੂਆਂ ਦੇ ਮਤ ਨੂੰ ਮੰਡਨ ਕੀਤਾ ਹੈ। ਸੋ ਉਹਨਾਂ ਦਾ ਜੋ ਮਤ ਹੈ ਉਹ ਵੱਡਾ ਜਣਾਇਆ। ਪ੍ਰਿਥੀ ਬਿਖੈ ਜੋ ਤੁਰਕ ਦਫਨਾਵੈ। ਤੇ ਇਸ ਪ੍ਰਕਾਰ ਇਹ ਦੱਸਦੇ ਹੈ ਕਿ ਸਾਡਾ ਜਿਹੜਾ ਮਤ ਹੈ, ਤੁਰਕਾਂ ਦਾ ਮਤ ਹੈ, ਉਸ ਨੂੰ ਖੰਡਨ ਕੀਤਾ ਉਸ ਦਾ, ਔਰ ਜਿਹੜਾ ਹਿੰਦੂਆਂ ਦਾ ਮਤ ਹੈ ਉਸ ਦਾ ਪੱਖ ਕੀਤਾ ਹੈ। ਤੇ ਉਸ ਬਚਨ ਦੇ ਵਿੱਚ, ਉਸ ਸ਼ਬਦ ਦੇ ਵਿੱਚ ਇਹਨਾਂ ਨੇ ਆਖਿਆ ਹੈ ਕਿ ਧਰਤੀ ਦੇ ਵਿੱਚ ਜਿਹੜੇ ਤੁਰਕ ਦਫਨ ਕੀਤੇ ਜਾਂਦੇ, ਦੱਬੇ ਜਾਂਦੇ ਹਨ, ਤੁਰਕਾਂ ਦੇ ਮ੍ਰਿਤਕ ਸਰੀਰ, ਸੋ ਭੀ ਜਰਹਿ ਅਗਨ ਦਿਪਤਾਵੈ। ਤੇ ਉਹ ਵੀ ਸੜਦੇ ਹਨ। ਤੇ ਉਹ ਅੱਗ ਦੇ ਵਿੱਚ ਪ੍ਰਗਟ ਹੀ, ਜੋ ਉਹਨਾਂ ਦਾ ਜਦੋਂ ਕਿ ਅੱਗ ਵਿੱਚ ਸੜਦੇ ਆ ਤਾਂ ਪ੍ਰਗਟ ਅੱਗ ਦਾ ਪ੍ਰਕਾਸ਼ ਹੁੰਦਾ। ਬੂਝੋ ਰਾਮ ਰਾਏ ਕੇ ਆਏ। ਤੇ ਇਸ ਪ੍ਰਕਾਰ ਇਹਨਾਂ ਉਲਮਾਵਾਂ, ਕਾਜ਼ੀਆਂ, ਮੁਲਾਣਿਆਂ ਨੇ ਔਰੰਗਜ਼ੇਬ ਨੂੰ ਸਮਝਾਇਆ ਕਿ ਇਸ ਸ਼ਬਦ ਬਾਬਤ ਗੁਰੂ ਕੇ ਸਪੁੱਤਰ ਬਾਬਾ ਰਾਮ ਰਾਏ ਦੇ ਆਉਣ ਤੇ ਉਹਨਾਂ ਨੂੰ ਪੁੱਛਿਓ, ਕਿਆ ਉੱਤਰ ਇਸ ਕਹੋ ਬਤਲਾਏ। ਤੇ ਤੁਸੀਂ ਉਹਨਾਂ ਨੂੰ ਪੁੱਛਣਾ ਕਿ ਇਸ ਸ਼ਬਦ ਦਾ ਕੀ ਮਤਲਬ ਹੈ, ਇਹ ਚੰਗੀ ਤਰ੍ਹਾਂ ਸਮਝਾ ਦਿਓ। ਇਤਿਆਦਿਕ ਕਹਿ ਸ਼ਾਹ ਸਿਖਾਇਓ। ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇਹਨਾਂ ਨੇ ਆਪਣੇ ਬਾਦਸ਼ਾਹ ਔਰੰਗਜ਼ੇਬ ਨੂੰ ਸਿੱਖਿਆ ਦੇ ਦਿੱਤੀ, ਸਿਖਾ ਦਿੱਤਾ। ਜਬ ਸ਼੍ਰੀ ਰਾਮ ਰਾਏ ਚੱਲ ਆਇਓ। ਜਿਸ ਵੇਲੇ ਸ੍ਰੀ ਰਾਮ ਰਾਏ ਜੀ ਔਰੰਗਜ਼ੇਬ ਦੀ ਸਭਾ ਵਿੱਚ ਚੱਲ ਕੇ ਆਏ ਹਨ, ਅਪਰ ਪ੍ਰਸੰਗ ਅਨੇਕ ਚਲਾਏ। ਜਿੱਥੇ ਕਿ ਪਹਿਲਾਂ ਤਾਂ ਹੋਰ ਵੀ ਕਈ ਤਰ੍ਹਾਂ ਦੇ ਪ੍ਰਸੰਗਾਂ ਦੀ ਵਿਚਾਰ ਕੀਤੀ। ਜੇ ਉਲਮਾਓ ਤਹਾਂ ਸਮੁਦਾਏ। ਤੇ ਜਿਹੜੇ ਉਲਮਾਵ ਵਿਦਵਾਨ ਨੇ ਔਰੰਗਜ਼ੇਬ ਦੇ ਸਭ ਸਭਾ ਦੇ ਵਿੱਚ ਬੈਠੇ ਹੋਏ, ਉਹ ਗੱਲਾਂ ਬਾਤਾਂ ਸੁਣਾਉਂਦੇ ਰਹੇ। ਜੁਗਤ ਉਗਤ ਕਰ ਮਤ ਚਤੁਰਾਈ। ਤੇ ਆਪਣੇ ਮਤ ਦੀ ਬਹੁਤ ਹੀ ਚਤੁਰਾਈ ਕਰਕੇ, ਜੋ ਆਪਣੇ ਅਨੇਕ ਤਰ੍ਹਾਂ ਦੇ ਬੋਲ ਕਥਨ ਕਰਦੇ ਤੇ ਅਨੇਕਾਂ ਹੀ ਦਲੀਲਾਂ ਸੁਣਾਉਂਦੇ ਰਹੇ। ਸ਼ਾਹ ਸੁਨਾਵਹਿ ਹਰਖ ਉਪਾਈ। ਤੇ ਔਰੰਗਜ਼ੇਬ ਨੂੰ ਗੱਲਾਂ ਸੁਣਾਉਂਦੇ ਅਨੇਕ ਤਰ੍ਹਾਂ ਦੀਆਂ, ਤੇ ਇਸ ਪ੍ਰਕਾਰ ਉਸ ਨੂੰ ਸੁਣਾ ਕੇ ਖੁਸ਼ ਕਰਦੇ। ਚਲੇ ਪ੍ਰਸੰਗ ਬੂਝਨੋ ਚਾਹਿਓ। ਤੇ ਜਿਸ ਵੇਲੇ ਕੋਈ ਪ੍ਰਸੰਗ ਚੱਲਿਆ ਹੈ, ਸੋ ਵਿਚਾਰ ਇਹਨਾਂ ਨੇ ਸ਼ੁਰੂ ਕੀਤੀ ਹੈ, ਫਿਰ ਪੁੱਛਣਾ ਚਾਹਿਆ। ਸ਼੍ਰੀ ਨਾਨਕ ਜੀ ਇਹ ਕਿਆ ਕਹਿਓ। ਤੇ ਜਿਵੇਂ ਸਮਝਾਇਆ ਹੋਇਆ ਸੀ ਔਰੰਗਜ਼ੇਬ ਨੇ, ਸੋ ਉਸ ਦੇ ਉਲਮਾਵਾਂ ਨੇ, ਅਧਿਕਾਰਾਂ ਨੇ ਔਰੰਗਜ਼ੇਬ ਨੂੰ। ਤੇ ਉਹ ਫਿਰ ਔਰੰਗਜ਼ੇਬ ਇਸ ਪ੍ਰਕਾਰ ਕਹਿਣ ਲੱਗਾ, ਬਾਬਾ ਰਾਮ ਰਾਏ ਜੀ ਤੋਂ ਪੁੱਛਣ ਲੱਗਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਐਸਾ ਵਚਨ ਸ਼ਬਦ ਵਿੱਚ ਕਿਹਾ ਹੈ, ਸ਼੍ਰੀ ਮੁਖਵਾਕ ਮਿੱਟੀ ਮੁਸਲਮਾਨ ਕੀ। ਜੋ ਸ੍ਰੀ ਮੁਖਵਾਕ ਉਚਾਰਨ ਕੀਤਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਜਿਸ ਵਿੱਚ ਇਹ ਉਚਾਰਨ ਹੈ ਕਿ ਜੋ ਮੁਸਲਮਾਨ ਦੀ ਮਿੱਟੀ ਹੈ, ਭਾਵ ਕਿ ਜੋ ਮੁਸਲਮਾਨ ਜਿੱਥੇ ਕਿ ਕਬਰਾਂ ਦੇ ਵਿੱਚ ਜੋ ਚੜ੍ਹਾਈ ਕਰਨ ਤੇ ਪ੍ਰਾਣਾਂ ਦਾ ਅੰਤ ਹੋਣ ਤੇ ਦਫਨਾਏ ਜਾਂਦੇ ਆ, ਉਹਨਾਂ ਦੇ ਸਰੀਰ ਦੱਬੇ ਜਾਂਦੇ ਹਨ। ਪੇੜੈ ਪਈ ਘੁਮਿਆਰ। ਤੇ ਜਿੱਥੇ ਕਬਰਾਂ ਦੇ ਵਿੱਚ ਜੋ ਜਿਹੜੀ ਧਰਤੀ ਜੋ ਚੀਕਣੀ ਮਿੱਟੀ ਵਾਲੀ ਹੋਵੇ, ਉੱਥੇ ਉਹਨਾਂ ਨੇ ਕਬਰਾਂ ਆਪਣੀਆਂ ਬਣਾਈਆਂ ਹੁੰਦੀਆਂ। ਤੇ ਜਿਹੜੇ ਘੁਮਿਆਰ ਹਨ ਉਹ ਚੀਕਣੀ ਮਿੱਟੀ ਹੀ ਲੈਂਦੇ ਨੇ। ਇਸ ਕਰਕੇ ਸੋ ਉਹ ਮਿੱਟੀ ਜਿਹੜੀ ਹੈ ਉਹ ਮੁਸਲਮਾਨ ਦੀ ਹੀ ਹੋਈ। ਉਹ ਜੋ ਮਿੱਟੀ ਪ੍ਰਾਪਤ ਕਰਕੇ ਤੇ ਘੁਮਿਆਰ ਉੱਥੋਂ ਆਪਣੇ ਪੱਲੇ ਪਾਉਂਦੇ, ਆਪਣੇ ਪੇੜੇ ਪਿੰਨਿਆਂ ਦੇ ਵਿੱਚ ਪਾਉਂਦੇ ਹਨ, ਉਹਨਾਂ ਨੂੰ ਘੜ ਕੇ ਬਣਾਉਣ ਵਾਸਤੇ। ਘੜ ਭਾਂਡੇ ਇੱਟਾ ਕੀਆ। ਸੋ ਮਿੱਟੀ ਪ੍ਰਾਪਤ ਕਰਦੇ ਹਨ ਮਿੱਟੀ ਤੋਂ ਭਾਂਡੇ ਬਣਾਉਣ ਵਾਸਤੇ। ਸੋ ਉਹ ਫਿਰ ਆਵੇ ਦੇ ਵਿੱਚ ਪਾ ਕੇ, ਭੱਠਾਂ ਵਿੱਚ ਪਾ ਕੇ ਤੇ ਭਾਂਡੇ ਘੜਦੇ, ਭਾਂਡੇ ਤਿਆਰ ਕਰਦੇ, ਉਸ ਦੀਆਂ ਜੋ ਇੱਟਾਂ ਬਣਾਉਂਦੇ ਹਨ। ਜਲਦੀ ਕਰੇ ਪੁਕਾਰ। ਪਹਿਲਾਂ ਉਹ ਭਾਂਡੇ ਘੜਦੇ ਨੇ, ਇੱਟਾਂ ਬਣਾਉਂਦੇ ਹਨ,
ਤੇ ਫਿਰ ਆਵਿਆਂ ਦੇ ਵਿੱਚ ਪਾ ਕੇ ਉਸ ਮਿੱਟੀ ਦੇ ਭਾਂਡਿਆਂ ਨੂੰ ਤੇ ਇੱਟਾਂ ਨੂੰ ਪਕਾਉਂਦੇ ਨੇ, ਤਾਂ ਉਹ ਜਿਹੜੀ ਮਿੱਟੀ ਹੈ, ਜਿਹੜੀ ਕਿ ਜੋ ਤੁਰਕ ਕਹਿੰਦੇ ਹਨ ਕਿ ਅਸੀਂ ਤਾਂ ਸਰੀਰਾਂ ਨੂੰ ਇਹਨਾਂ ਦਿਆਂ ਨੂੰ ਆਪਣਿਆਂ ਨੂੰ ਦਫਨਾਉਣਾ ਹੀ ਹੈ, ਮਿੱਟੀ ਵਿੱਚ ਦੱਬਣਾ ਹੈ। ਤੇ ਜੇਕਰ ਜੇ ਸਾੜਿਆ ਜਾਵੇ ਤਾਂ ਉਹ ਕਹਿੰਦੇ ਕਿ ਇਸ ਪ੍ਰਕਾਰ ਫਿਰ ਦੋਜਕਾਂ ਦੀ ਅੱਗ ਵਿੱਚ ਸੜਨਾ ਪੈਂਦਾ। ਜਿਹੜੇ ਕਿ ਹਿੰਦੂ ਸਾੜਦੇ ਹਨ ਉਹਨਾਂ ਨੂੰ ਅੱਗੇ ਵੀ ਸੜਨਾ ਪੈਂਦਾ ਹੈ। ਇਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਸੇ ਲਈ ਅਸੀਂ ਦਫਨਾਉਂਦੇ ਹਾਂ ਤੇ ਅੱਗੇ ਵੀ ਜੋ ਸੜਨਾ ਨਹੀਂ ਪੈਂਦਾ ਦੋਜਕਾਂ ਦੀ ਅੱਗ ਦੇ ਵਿੱਚ। ਪਰ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਵੀ ਸੜਨਾ ਹੀ ਪੈਂਦਾ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਜੋ ਇਹ ਉਪਦੇਸ਼ ਹੈ, ਜਿਵੇਂ ਕਿ ਸ਼ੇਖ ਬ੍ਰਹਮ ਜਿਹੜਾ ਜੋ ਇਹ ਕਹਿ ਰਿਹਾ ਸੀ, ਉਸਨੇ ਵਿਚਾਰ ਦੱਸੀ ਸੀ ਕਿ ਇਸ ਪ੍ਰਕਾਰ ਕੀ ਵਿਚਾਰ ਹੈ। ਅਸੀਂ ਤਾਂ ਇਸ ਲਈ ਦਫਨਾਉਂਦੇ ਹਾਂ ਕਿ ਜਿੱਥੇ ਦੋਜਕਾਂ ਦੀ ਅੱਗ ਦੇ ਵਿੱਚ ਵੀ ਜਾ ਕੇ ਨਾ ਸੜਨਾ ਪਵੇ। ਪਰ ਇਸ ਪ੍ਰਕਾਰ ਸਤਿਗੁਰੂ ਸਾਹਿਬ ਨੇ ਇਸ ਗੱਲ ਦਾ ਉੱਤਰ ਇਹ ਦਿੱਤਾ ਹੈ ਇਸ ਸ਼ਬਦ ਦੇ ਵਿੱਚ ਕਿ ਭਾਈ ਜਿਹੜੇ ਮੁਸਲਮਾਨ ਹਨ ਉਹ ਵੀ ਜਾਣੋ ਕਿ ਸੜਦੇ ਹੀ ਹਨ। ਸੋ ਇਸ ਪ੍ਰਕਾਰ ਸੜਦੇ ਨੇ। ਮਹਾਰਾਜ ਸਾਹਿਬ ਨੇ ਸਿੱਧ ਕੀਤਾ ਇਸ ਸ਼ਬਦ ਦੇ ਵਿੱਚ ਕਿ ਜਿਵੇਂ ਉਹਨਾਂ ਵਾਲੀ ਜਿਹੜੀ ਮਿੱਟੀ ਹੈ ਕਬਰਾਂ ਵਾਲੀ, ਉਹ ਘੁਮਿਆਰਾਂ ਦੇ ਪੇੜੇ ਪੱਲੇ ਪੈਂਦੀ ਹੈ, ਤਾਂ ਉਸ ਮਿੱਟੀ ਦੇ ਉਹ ਭਾਂਡੇ ਘੜ ਕੇ ਇੱਟਾਂ ਤਿਆਰ ਕਰਕੇ ਆਵੀਆਂ ਭੱਠੀਆਂ ਦੇ ਵਿੱਚ ਪਾ ਕੇ ਜਦੋਂ ਪਕਾਉਂਦੇ ਹਨ, ਤਾਂ ਫਿਰ ਉਹ ਮਿੱਟੀ ਜੋ ਹੈ ਉਹ ਜਾਣੋ ਕਿ ਉਹ ਹੀ ਸੜਦੀ ਹੈ ਜੋ ਉਹਨਾਂ ਦੇ ਸਰੀਰਾਂ ਦੀ ਮਿੱਟੀ ਹੁੰਦੀ ਹੈ। ਜਲ ਜਲ ਰੋਵੇ ਬੱਪੜੀ। ਤੇ ਇਸ ਪ੍ਰਕਾਰ ਜਿਹੜੀ ਹੈ ਨਾ, ਜਲਦੀ ਕਰੇ ਪੁਕਾਰ, ਸੜਦੀ ਹੋਈ ਪੁਕਾਰਾਂ ਕਰਦੀ, ਜਿਹੜੀ ਕਿ ਮਿੱਟੀ ਦੇ ਵਿੱਚੋਂ ਜੋ ਜਦੋਂ ਭਾਂਡੇ ਪੱਕਦੇ ਜਾਂ ਇੱਟਾਂ ਸੜਦੀਆਂ ਪੱਕਦੀਆਂ ਨੇ ਤਾਂ ਆਵਾਜ਼ ਛੂੰ ਛੂੰ ਦੀ ਆਵਾਜ਼ ਆਉਂਦੀ, ਜਾਣੋ ਕਿ ਉਹ ਪੁਕਾਰਾਂ ਕਰਦੀ ਹੈ। ਤੇ ਇਸ ਤਰ੍ਹਾਂ ਸੜਦੀ ਹੋਈ ਜਾਣੋ ਇਵੇਂ ਉਹ ਛੂੰ ਛੂੰ ਦੀ ਆਵਾਜ਼ ਦੀ ਪੁਕਾਰ ਕਰਦੀ ਹੈ। ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ। ਤੇ ਉਹ ਇਸ ਪ੍ਰਕਾਰ ਜਾਣੋ ਕਿ ਜਲ ਜਲ ਕੇ ਸੜ ਸੜ ਕਰਕੇ ਜੋ ਛੂੰ ਛੂੰ ਦੀ ਆਵਾਜ਼ ਕਰਦੀ ਹੈ, ਜਾਣੋ ਕਿ ਪੁਕਾਰ ਹੀ ਕਰਦੀ ਹੈ ਵਿਚਾਰੀ। ਤੇ ਜਿਹੜੇ ਉਸ ਵਿੱਚੋਂ ਅੰਗਿਆਰ ਝੜ ਝੜ ਕੇ ਡਿੱਗਦੇ ਹਨ, ਨਾਨਕ ਜਿਨ ਕਰਤੈ ਕਾਰਨ ਕੀਆ। ਤੇ ਉਸ ਵਿੱਚੋਂ ਜਿਹੜੇ ਅੰਗਿਆਰ ਹਨ ਮਿੱਟੀ ਦੇ ਵਿੱਚੋਂ ਬਣ ਬਣ ਕੇ ਝੜ ਝੜ ਕੇ ਡਿੱਗ ਪੈਂਦੇ ਹਨ। ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਉਚਾਰਨ ਕੀਤਾ ਹੈ ਕਿ ਜਿਸ ਕਰਤੇ ਪਰਮੇਸ਼ਰ ਨੇ ਕਾਰਨ ਕੀਤਾ ਹੋਇਆ ਹੈ, ਸਾਰੇ ਸੰਸਾਰ ਦੀ ਰਚਨਾ ਦਾ ਕਾਰਨ ਬਣਾਇਆ, ਸੋ ਜਾਣੈ ਕਰਤਾਰ। ਉਹ ਕਰਤਾਰ ਪਰਮੇਸ਼ਰ ਸਭ ਕੁਝ ਆਪ ਹੀ ਜਾਣਦਾ ਹੈ ਕਿ ਜਿੱਥੇ ਜਦੋਂ ਜੀਵ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ, ਅੱਗੇ ਕਿੱਥੇ ਜਾ ਕੇ ਉਹ ਸਮਾਉਂਦਾ ਹੈ, ਕਿਵੇਂ ਸੁੱਖ ਪ੍ਰਾਪਤ ਕਰਦਾ ਹੈ, ਤੇ ਕਿਸ ਨੂੰ ਦੋਜਕਾਂ ਦੀ ਅੱਗ ਵਿੱਚ ਸੜਨਾ ਪੈਂਦਾ ਹੈ, ਤੇ ਕਿਸ ਨੂੰ ਜੋ ਸੁੱਖ ਮਿਲਦਾ ਹੈ, ਕਿਸ ਦਾ ਭਲਾ ਹੁੰਦਾ ਹੈ। ਐਸੀ ਸਾਰੀ ਜਿਹੜੀ ਹਾਲਤ ਹੈ ਕਰਤਾਰ ਪਰਮੇਸ਼ਰ ਸਭ ਆਪ ਹੀ ਜਾਣਦਾ ਹੈ। ਚੌਪਈ ਕਰਹੁ ਮਾਇਨਾ ਸਭਨ ਸੁਨਾਏ। ਤੇ ਐਸਾ ਜਿਹੜਾ ਸ਼ਬਦ ਹੈ ਇਹ ਔਰੰਗਜ਼ੇਬ ਨੂੰ ਜਿਵੇਂ ਦੱਸਿਆ ਹੋਇਆ ਸੀ, ਉਸ ਵੱਲੋਂ ਸਭਾ ਦੇ ਵਿੱਚ ਬਾਬਾ ਰਾਮ ਰਾਏ ਜੀ ਦੇ ਅੱਗੇ ਇਹ ਸੁਣਾਇਆ ਗਿਆ ਹੈ। ਤੇ ਇਸ ਸ਼ਬਦ ਦਾ ਅਰਥ ਪੁੱਛਿਆ ਹੈ ਕਿ ਇਸ ਸ਼ਬਦ ਦੇ ਅਰਥ ਮਾਇਨੇ ਜੋ ਮਤਲਬ ਹਨ ਦੱਸੋ ਸਾਨੂੰ। ਇਹ ਕਿਆ ਕਹਿਓ ਦੇਹੋ ਸਮਝਾਏ। ਇਹ ਸ਼ਬਦ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਕੀ ਆਖਿਆ ਹੈ, ਸਮਝਾ ਦਿਓ ਸਾਨੂੰ। ਸੁਨ ਸ਼੍ਰੀ ਰਾਮ ਰਾਏ ਮਨ ਜਾਨਾ। ਤੇ ਇਹਨਾਂ ਤੋਂ ਸੁਣ ਕੇ ਇਸ ਤਰ੍ਹਾਂ ਆਪਣੇ ਮਨ ਵਿੱਚ ਬਾਬਾ ਰਾਮ ਰਾਏ ਜੀ ਸੋਚਣ ਲੱਗੇ, ਗਨ ਦੋਖੀ ਸਿਖ ਰਾਏ ਮਹਾਨਾ। ਮਨ ਵਿੱਚ ਵਿਚਾਰ ਕੀਤੀ ਹੈ ਕਿ ਬਹੁਤ ਸਾਰੇ ਗੁਰੂ ਘਰ ਦੇ ਜਿਹੜੇ ਵਿਰੋਧੀ ਹਨ, ਉਹਨਾਂ ਨੇ ਔਰੰਗਜ਼ੇਬ ਨੂੰ ਸਿੱਖਿਆ ਦਿੱਤੀ ਹੋਈ ਹੈ। ਕਹੈ ਵਾਸ ਤਬ ਅਰਥ ਜੇ ਅਬੈ। ਤੇ ਹੁਣ ਇਹਨਾਂ ਨੂੰ ਜੇਕਰ ਅਸੀਂ ਜੋ ਅਸਲੀ ਅਰਥ ਹਨ ਗੁਰੂ ਕੀ ਬਾਣੀ ਦੇ ਸ਼ਬਦ ਦੇ ਦੱਸ ਦਈਏ, ਦੋਖੀ ਤਰਕ ਵਧਾਵਹਿ ਸਬੈ। ਤਾਂ ਫਿਰ ਜਿਹੜੇ ਗੁਰੂ ਘਰ ਦੇ ਵਿਰੋਧੀ ਦੋਖੀ ਨੇ ਇਹ ਹੋਰ ਤਰਕਾ ਉਠਾਉਣਗੇ, ਜਿਸ ਤੇ ਸ਼ਾਹ ਫਰਕ ਉਰ ਪਾਵੈ। ਤੇ ਜਿਸ ਕਰਕੇ ਜੋ ਇਹ ਬਾਦਸ਼ਾਹ ਔਰੰਗਜ਼ੇਬ ਹੈ ਇਹ ਸਾਡੇ ਨਾਲ ਪ੍ਰੇਮ ਵਿੱਚ ਫਰਕ ਪਾ ਦੇਵੇਗਾ। ਤਿਮ ਇਹ ਦੁਸ਼ਟ ਕੋ ਬਾਦ ਉਠਾਵੈ। ਤੇ ਜਿਵੇਂ ਉਹ ਤਰਕਾਂ ਕਰਨਗੇ ਹੋਰ ਵਧਾ ਦੇਣਗੇ ਤਰਕਾਂ, ਸ਼ੰਕੇ ਹੋਰ ਕਰਨਗੇ। ਜੇ ਅਸੀਂ ਬਚਨ ਪੂਰਾ ਸੁਣਾ ਦਿੱਤਾ, ਇਸ ਦਾ ਅਸਲ ਅਰਥ ਸੁਣਾ ਦਿੱਤਾ ਹੈ,
ਤੇ ਤਿਵੇਂ ਜਿਹੜਾ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਬਹੁਤਾ ਜ਼ਿਆਦਾ ਝਗੜਾ ਸਾਡੇ ਨਾਲ ਕਰਨ ਲੱਗ ਪਏਗਾ, ਸ਼ਰਾ ਬਿਖੈ ਮਨ ਬੰਧਿਓ ਸ਼ਾਹੂ। ਕਿਉਂਕਿ ਇਸ ਬਾਦਸ਼ਾਹ ਦਾ ਮਨ ਸ਼ਰ੍ਹਾ ਦੇ ਵਿੱਚ ਚੱਲਣ ਵਾਸਤੇ ਹਮੇਸ਼ਾ ਬੰਨਿਆ ਰਹਿੰਦਾ ਹੈ, ਠਾਨਹਿ ਦ્વੈਸ਼ ਅਧਿਕ ਮਨ ਮਾਹੂ। ਤੇ ਆਪਣੇ ਮਨ ਵਿੱਚ ਹੋਰਨਾਂ ਮਤਾਂ ਪ੍ਰਤੀ ਬਹੁਤੀ ਈਰਖਾ ਰੱਖਦਾ ਹੈ, ਬਣੀ ਬਾਤ ਮੇਰੀ ਬਿਗੜੈ ਹੈ। ਤੇ ਸਾਡੇ ਨਾਲ ਵੀ ਈਰਖਾ ਕਰਨ ਲੱਗ ਪਵੇਗਾ। ਜੇਕਰ ਇਸ ਸ਼ਬਦ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਸ਼ਬਦ ਦੇ ਅਸਲ ਅਰਥ ਅਸੀਂ ਇਸ ਦੀ ਸਭਾ ਵਿੱਚ ਇਸ ਅੱਗੇ ਸੁਣਾ ਦਿੱਤੇ ਤਾਂ ਬਣੀ ਬਾਤ ਮੇਰੀ ਬਿਗੜੈ ਹੈ। ਜਿਹੜੀ ਇਹਨਾਂ ਨਾਲ ਮੇਰੀ ਗੱਲ ਬਾਦਸ਼ਾਹ ਨਾਲ ਪ੍ਰੇਮ ਦੀ ਬਣੀ ਹੋਈ ਹੈ, ਇਸ ਵਿੱਚ ਫਰਕ ਪੈ ਜਾਏਗਾ, ਵਿਗੜ ਜਾਵੇਗੀ। ਬਹੁਰ ਕਿਸੂ ਬਿਦ ਨਹਿ ਸੁਧਰੈ ਹੈ। ਤੇ ਫਿਰ ਕਿਸੇ ਤਰ੍ਹਾਂ ਵੀ, ਕਿਉਂਕਿ ਇਸ ਨਾਲ ਪ੍ਰੇਮ ਬਣਾਉਣ ਵਾਸਤੇ ਬੜੀ ਵਾਰ ਇਸ ਦੇ ਆਖੇ ਲੱਗ ਕੇ ਇਸ ਨੂੰ ਸ਼ਕਤੀਆਂ ਕਰਾਮਾਤਾਂ ਦਿਖਾਈਆਂ, ਤੇ ਇਸ ਨੇ ਜਿਹੜੀਆਂ ਕੀਮਤੀ ਵਸਤੂਆਂ ਮੰਗਾਉਣੀਆਂ ਚਾਹੀਆਂ ਉਹ ਇਸ ਨੂੰ ਮੰਗਵਾ ਕੇ ਦਿੱਤੀਆਂ, ਜਿਸ ਕਰਕੇ ਗੱਲ ਇਸ ਨਾਲ ਪ੍ਰੇਮ ਦੀ ਬਣੀ ਹੈ। ਤੇ ਫਿਰ ਜਦੋਂ ਹੁਣ ਵਿਗਾੜ ਪੈ ਜਾਵੇਗਾ ਇਸ ਨਾਲ, ਤਾਂ ਫਿਰ ਕਿਸੇ ਪ੍ਰਕਾਰ ਵੀ ਇਸ ਨਾਲ ਉਹ ਪ੍ਰੇਮ ਵਾਲੀ ਗੱਲ ਨਹੀਂ ਬਣੇਗੀ। ਕਰਤ ਰਹੇ ਨਿਤ ਪ੍ਰਤ ਦੁਸ਼ਟਾਈ। ਤੇ ਇਸ ਦੀ ਸਭਾ ਵਿੱਚ ਬੈਠਣ ਵਾਲੇ ਕਾਜੀ ਮੁਲਾਣੇ, ਗੁਰੂ ਘਰ ਦੇ ਨਾਲ ਈਰਖਾ ਰੱਖਣ ਵਾਲੇ, ਨੇਤਾ ਪ੍ਰਤੀ ਹਰ ਰੋਜ਼ ਹੀ ਦੁਸ਼ਟਤਾ ਵਾਲੀਆਂ ਗੱਲਾਂ ਕਰਦੇ ਰਹੇ ਹਨ। ਮੈਂ ਅਜ਼ਮਤ ਕੇ ਜ਼ੋਰ ਬਚਾਈ। ਪਰ ਮੈਂ ਜਿਹੜੀ ਇਸ ਨਾਲ ਗੱਲ ਬਣੀ ਹੋਈ ਹੈ, ਸਾਂਝ ਬਣੀ ਹੋਈ ਹੈ ਬਾਦਸ਼ਾਹ ਦੇ ਨਾਲ, ਆਪਣੀ ਸ਼ਕਤੀ ਕਰਾਮਾਤ ਦੇ ਬਲ ਨਾਲ ਹੀ ਉਹ ਸਾਂਝ ਬਚਾ ਕੇ ਰੱਖੀ ਹੈ। ਮੁਝ ਕੋ ਧਨ ਲੱਖੋਂ ਇਹ ਦੇਤ। ਕਿਉਂਕਿ ਇਸ ਔਰੰਗਜ਼ੇਬ ਦੇ ਪਾਸੋਂ ਲੱਖਾਂ ਰੁਪਇਆ ਧਨ ਮੈਨੂੰ ਪ੍ਰਾਪਤ ਹੁੰਦਾ ਹੈ। ਬਿਗੜ ਜਾਏ ਪੁਨ ਰਹਿ ਨਹੇਤ। ਤੇ ਇਸ ਨਾਲ ਫਿਰ ਸਾਡੀ ਵਿਗੜ ਜਾਵੇਗੀ। ਜੇਕਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਦਾ ਅਸਲੀ ਅਰਥ ਦੱਸ ਦਿੱਤਾ, ਐਸਾ ਖਿਆਲ ਬਾਬਾ ਰਾਮ ਰਾਏ ਜੀ ਦੇ ਮਨ ਦੇ ਵਿੱਚ ਆਇਆ ਹੈ ਕਿ ਇਸ ਨਾਲ ਸਾਡੀ ਵਿਗੜ ਜਾਵੇਗੀ, ਤੇ ਫਿਰ ਪ੍ਰੇਮ ਪਹਿਲਾਂ ਵਾਲਾ ਨਹੀਂ ਰਹੇਗਾ। ਇਤਿਆਦਿਕ ਔਰ ਬਹੁਤ ਵਿਚਾਰੇ। ਤੇ ਇਸ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਮਨ ਵਿੱਚ ਫੁਰੀਆਂ ਹਨ। ਪਦ ਕੇ ਅਛਰ ਅਪਰ ਉਚਾਰੇ। ਇਹ ਜੋ ਪਦ ਹੈ, ਸ਼ਬਦ ਹੈ, ਜਿਸ ਸ਼ਬਦ ਦਾ ਅਰਥ ਇਹਨਾਂ ਨੇ ਪੁੱਛਿਆ ਹੈ, ਤੇ ਇਸ ਸ਼ਬਦ ਦੇ ਜੋ ਅੱਖਰ ਹਨ ਹੋਰ ਬਦਲ ਕੇ ਹੋਰ ਤਰ੍ਹਾਂ ਨਾਲ ਉਚਾਰਨ ਕਰਕੇ ਸੁਣਾ ਦਿੱਤੇ। ਮਿੱਟੀ ਬੇਮਾਨ ਕੀ ਕਹੀ। ਤੇ ਸ਼ਬਦ ਵੀ ਹੋਰ ਦੱਸ ਦਿੱਤਾ ਹੈ, ਅੱਖਰ ਵੀ ਹੋਰ ਦੱਸ ਦਿੱਤੇ ਹੈ, ਤੇ ਅਰਥ ਵੀ ਹੋਰ ਦੱਸ ਦਿੱਤੇ ਨੇ। ਕਹਿ ਦਿੱਤਾ ਹੈ ਕਿ ਜੋ ਇਹ ਦੱਸ ਰਹੇ ਹਨ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਇਹ ਉਚਾਰਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਪਰ ਇਸ ਸ਼ਬਦ ਦੇ ਵਿੱਚ ਜੋ ਕਿਹਾ ਹੈ ਬਚਨ ਮਹਾਰਾਜ ਨੇ, ਬਾਬਾ ਰਾਮ ਰਾਜ ਜੀ ਨੇ ਕਹਿ ਦਿੱਤਾ ਕਿ ਇੱਥੇ ਮੁਸਲਮਾਨ ਨਹੀਂ ਆਖਿਆ, ਇੱਥੇ ਤਾਂ ਬੇਈਮਾਨ ਕਿਹਾ ਹੈ। ਸੋ ਇਸ ਪ੍ਰਕਾਰ ਜੋ ਅੱਖਰ ਹਨ ਬਦਲ ਕੇ ਦੱਸ ਦਿੱਤੇ, ਤੇ ਜਿਸ ਕਰਕੇ ਸਾਰਾ ਹੀ ਅਰਥ ਜਿਹੜਾ ਹੈ ਸ਼ਬਦ ਦਾ ਹੋਰ ਹੋ ਜਾਏ, ਮੁਸਲਮਾਨ ਬਾਰੇ ਗੱਲ ਦਾ ਪਤਾ ਨਾ ਲੱਗੇ, ਤੇ ਫਿਰ ਕਿਹਾ ਜਾਵੇ, ਸਮਝਿਆ ਜਾਏ ਕਿ ਬੇਈਮਾਨ ਹੈ ਜਿਹੜਾ, ਬੇਈਮਾਨ ਹੈ ਭਾਵ ਬੇਧਰਮਾ ਹੈ, ਜਿਸ ਦਾ ਕੋਈ ਧਰਮ ਨਹੀਂ ਹੈ, ਉਸ ਦੇ ਬਾਰੇ ਗੱਲ ਕੀਤੀ ਹੈ। ਸਕਲ ਤੁਰਕ ਕੀ ਇਹ ਗਤ ਨਹੀਂ। ਤੇ ਇਹ ਤੁਹਾਡੇ ਤੁਰਕਾਂ ਦੀ ਸਾਰਿਆਂ ਦੀ ਇਹ ਗੱਲ ਨਹੀਂ ਆਖੀ ਸਤਿਗੁਰੂ ਮਹਾਰਾਜ ਨੇ। ਬੇਮਾਨ ਕੀ ਨਿੰਦਿਆ ਸਾਰੇ। ਪਰ ਇਸ ਪ੍ਰਕਾਰ ਸੋ ਬਚਨ ਬਦਲ ਦਿੱਤਾ ਹੈ। ਮਹਾਰਾਜ ਸਾਹਿਬ ਦਾ ਜੋ ਸ਼ਬਦ ਹੈ, ਸੱਚ ਸਰੂਪ ਦੇ ਵਿੱਚ ਜੋ ਮਹਾਰਾਜ ਸਾਹਿਬ ਨੇ ਸੱਚਾ ਬਚਨ ਆਖਿਆ ਉਹ ਆਖਿਆ ਨਹੀਂ, ਬਦਲ ਕੇ ਹੋਰ ਝੂਠਾ ਬੋਲ ਕਹਿ ਦਿੱਤਾ ਇਸ ਤਰ੍ਹਾਂ। ਤੇ ਕਹਿ ਦਿੱਤਾ ਹੈ ਕਿ ਤਾਂ ਜਿਨ੍ਹਾਂ ਦਾ ਈਮਾਨ ਕੋਈ ਨਹੀਂ ਹੈ ਉਹਨਾਂ ਦੀ ਨਿੰਦਿਆ ਕੀਤੀ ਹੋਈ ਹੈ, ਜਿਹੜੇ ਬੇਧਰਮੇ ਹਨ। ਵਿੱਚ ਕੁਰਾਨ ਪੀ ਕਹਿਓ ਤੁਮਾਰੇ। ਤੇ ਜਿਨ੍ਹਾਂ ਦਾ ਈਮਾਨ ਨਹੀਂ ਹੈ, ਈਮਾਨ ਵਿੱਚ ਨਹੀਂ ਰਹਿੰਦੇ, ਬੇਈਮਾਨ ਨੇ, ਤੇ ਉਹਨਾਂ ਦੀ ਨਿੰਦਿਆ ਤਾਂ ਤੁਹਾਡੇ ਕੁਰਾਨ ਆਦਿਕ ਜਿਹੜੇ ਧਰਮ ਪੁਸਤਕ ਹਨ ਉਹਨਾਂ ਵਿੱਚ ਵੀ ਆਖੀ ਹੈ। ਕਿਆ ਸੰਸੈ ਹੋਇਓ ਇਸ ਮਹੀ। ਤੇ ਇਸ ਸ਼ਬਦ ਦੇ ਵਿੱਚ ਹੀ ਤੁਸੀਂ ਕਿਉਂ ਸ਼ੰਕਾ ਕਰਨ ਲੱਗ ਪਏ ਹੋ। ਬੇਈਮਾਨ ਕੀ ਦੁਰਗਤ ਕਹੀ। ਬੇਈਮਾਨ ਕੀ, ਜਿਹੜੇ ਬੇਈਮਾਨ ਨੇ, ਜਿਹੜੇ ਬੇਧਰਮੇ ਹਨ, ਉਹਨਾਂ ਦੀ ਹੀ ਭੈੜੀ ਹਾਲਤ ਹੁੰਦੀ ਹੈ।
ਇਸ ਪ੍ਰਕਾਰ ਦਾ ਜੋ ਬਚਨ ਬਦਲ ਕਰਕੇ ਬਾਬਾ ਰਾਮ ਰਾਏ ਜੀ ਨੇ ਕਹਿ ਦਿੱਤਾ ਕਿ ਉਹਨਾਂ ਦੀ ਹਾਲਤ ਮਹਾਰਾਜ ਨੇ ਦੱਸੀ ਹੈ। ਹਮਰੇ ਤੁਮਰੇ ਸਕਲ ਸਥਾਨ। ਤੇ ਇਸ ਪ੍ਰਕਾਰ ਸਾਧ ਸੰਗਤ ਜਿਵੇਂ ਮਹਾਰਾਜ ਸਾਹਿਬ ਦੇ ਸੁਪੁੱਤਰ ਬਾਬਾ ਰਾਮ ਰਾਏ ਜੀ ਨੇ ਇਸ ਨੂੰ ਖੁਸ਼ ਰੱਖਣ ਵਾਸਤੇ ਸੋ ਬਦਲ ਦਿੱਤਾ ਹੈ ਗੁਰੂ ਸਾਹਿਬ ਦਾ ਬਚਨ। ਤੇ ਇਸ ਤਰ੍ਹਾਂ ਹੀ ਹਨ ਜਿਹੜੇ ਕਈ ਲੋਕਾਂ ਨੂੰ ਖੁਸ਼ ਕਰਨ ਵਾਲੇ ਹਨ ਤੇ ਉਹ ਗੁਰੂ ਕੀ ਬਾਣੀ ਦੇ ਬਚਨ ਬਦਲ ਦਿੰਦੇ, ਉਸ ਦਾ ਅਰਥ ਕੋਈ ਅਸਲ ਹੋਰ ਹੁੰਦਾ ਹੈ ਤੇ ਆਪਣੀ ਮਨਮਰਜ਼ੀ ਦੇ ਨਾਲ ਹੋਰ ਦਾ ਹੋਰ ਹੀ ਦੱਸੀ ਜਾਂਦੇ ਹੈ ਲੋਕਾਂ ਨੂੰ ਖੁਸ਼ ਕਰਨ ਲਈ। ਇਸ ਤਰ੍ਹਾਂ ਇਸ ਨੇ ਜੋ ਬਾਬਾ ਰਾਮ ਰਾਏ ਜੀ ਨੇ ਖੁਸ਼ ਕਰਨ ਵਾਸਤੇ ਵਚਨ ਜੋ ਕੀਤਾ, ਹਮਰੇ ਤੁਮਰੇ ਸਕਲ ਸਥਾਨ। ਕਿ ਸਾਡੇ ਤੁਹਾਡੇ ਸਭਨਾਂ ਦੇ ਵਿੱਚ ਸਭ ਥਾਵਾਂ ਸਭ ਲੋਕਾਂ ਨੂੰ ਨਿੰਦਤ ਹੈ ਜਿਨ ਤਜਿਓ ਈਮਾਨ। ਸਾਡੇ ਵਿੱਚੋਂ ਵੀ ਜਿਨ੍ਹਾਂ ਲੋਕਾਂ ਨੇ ਤੇ ਹੋਰ ਤੁਹਾਡੇ ਵਿੱਚੋਂ ਵੀ ਜਿਹੜੇ ਲੋਕਾਂ ਨੇ ਆਪਣਾ ਧਰਮ ਛੱਡਿਆ ਹੈ ਉਹ ਸਾਰੇ ਜਹਾਨ ਦੇ ਵਿੱਚ ਮਹਾਰਾਜ ਸਾਹਿਬ ਨੇ ਨਿੰਦਣਾ ਕੀਤੇ ਹਨ। ਸਭ ਕੋ ਮਤੋ ਏਕ ਬਿਦ ਕਹੈ। ਤੇ ਸਭ ਦਾ ਹੀ ਮਤਾ ਸਭਨਾਂ ਵਾਸਤੇ ਵਿਚਾਰ ਜੋ ਇੱਕੋ ਤਰ੍ਹਾਂ ਦਾ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਹੈ। ਜਿਉਂ ਕਿਉਂ ਧਰਮ ਭਲੇ ਨਿਰਭੈ। ਤੇ ਜਿਵੇਂ ਕਿਵੇਂ ਵੀ ਜੋ ਆਪਣਾ ਜਿਹੜਾ ਧਰਮ ਹੈ ਭਲੀ ਪ੍ਰਕਾਰ ਚੰਗੇ ਤਰੀਕੇ ਨਾਲ ਮਰਜ਼ਾਦਾ ਵਿੱਚ ਚੱਲ ਕੇ ਨਿਭਾਉਣਾ ਚਾਹੀਦਾ ਹੈ। ਸਭ ਗੁਣ ਮੂਲ ਧਰਮ ਹੈ ਏਕ। ਤੇ ਫਿਰ ਧਰਮ ਦੀ ਹੀ ਵਿਆਖਿਆ ਬਾਬਾ ਰਾਮ ਰਾਏ ਜੀ ਕਰਕੇ ਸੁਣਾਉਣ ਲੱਗ ਪਏ ਕਿ ਧਰਮ ਬਾਰੇ ਹੀ ਕਿਹਾ ਹੈ ਤੇ ਧਰਮ ਤੋਂ ਹੀਣਿਆਂ ਬਾਰੇ ਗੱਲ ਕੀਤੀ ਹੈ। ਉਹਨਾਂ ਦੀ ਹਾਲਤ ਸੜਨ ਵਾਲੀ ਹੁੰਦੀ ਹੈ ਤੇ ਜਿਹੜਾ ਧਰਮ ਹੈ ਸਾਰੇ ਗੁਣਾਂ ਦਾ ਇਹੋ ਹੀ ਮੁੱਢ ਮੂਲ ਰੂਪ ਹੈ। ਹੋਤ ਧਰਮ ਤੇ ਹਿਰਦੇ ਵਿਵੇਕ। ਤੇ ਜੇ ਕੋਈ ਆਪਣੇ ਧਰਮ ਦੇ ਵਿੱਚ ਧਰਮ ਦੇ ਨਿਯਮਾਂ ਦੇ ਅਨੁਸਾਰ ਚੱਲਦਾ ਹੈ ਤਾਂ ਹੀ ਉਸ ਦੇ ਹਿਰਦੇ ਦੇ ਵਿੱਚ ਗਿਆਨ ਆਪਣੇ ਸਰੂਪ ਦਾ ਪ੍ਰਾਪਤ ਹੁੰਦਾ ਹੈ। ਜੋ ਆਪਣੀ ਆਤਮਾ ਦਾ ਜੋ ਮਿਲਾਪ ਹੈ ਪਰਮੇਸ਼ਰ ਦੇ ਨਾਲ ਹੁੰਦਾ ਹੈ, ਪਰਮੇਸ਼ਰ ਦਾ ਗਿਆਨ ਤਾਂ ਹੀ ਉਹਨੂੰ ਪ੍ਰਾਪਤ ਹੁੰਦਾ ਹੈ। ਸਥਿਤ ਜਗਤ ਕੋ ਧਰਮ ਰਖੰਤਾ। ਤੇ ਸਾਰੇ ਜਗਤ ਦੇ ਜਿਹੜੇ ਜੀਵ ਹਨ ਉਹਨਾਂ ਨੂੰ ਬਰਕਰਾਰ ਕਾਇਮ ਰੱਖਣਾ ਸੋ ਆਪਣੇ ਪ੍ਰੇਮ ਦੇ ਵਿੱਚ ਇਹ ਧਰਮ ਹੀ ਰੱਖਣਾ ਕਰਦਾ ਹੈ। ਸੋ ਜਗਤ ਨੂੰ ਵੀ ਕਾਇਮ ਰੱਖਿਆ ਜੋ ਸ੍ਰਿਸ਼ਟੀ ਨੂੰ ਇਹ ਕਾਇਮ ਕੀਤਾ ਹੋਇਆ ਧਰਮ ਦੁਆਰਾ ਹੀ ਇਹ ਕਾਇਮ ਰਹੀ ਹੈ। ਧਰਮ ਸਦਾ ਸੁਖ ਕੋ ਉਪਜੰਤਾ। ਤੇ ਇਸ ਲਈ ਜਿਹੜਾ ਧਰਮ ਹੈ ਇਹ ਸਦਾ ਹੀ ਸੁਖ ਪੈਦਾ ਕਰਨ ਵਾਲਾ ਹੈ। ਧਰਮ ਰੂਪ ਹੈ ਖੇਤ ਵਿਸਾਲਾ। ਤੇ ਧਰਮ ਰੂਪੀ ਜਾਣੋ ਕਿ ਵੱਡਾ ਖੇਤ ਹੀ ਹੈ। ਸਤ ਸੰਤੋਖ ਬੀਜ ਸਭ ਕਾਲਾ। ਤੇ ਸਭ ਤਰ੍ਹਾਂ ਦਾ ਜਿਹੜਾ ਕਿ ਹਰ ਸਮੇਂ ਦੇ ਵਿੱਚ ਇਸ ਵਿੱਚ ਸਤ ਸੰਤੋਖ ਦਾ ਬੀਜ ਜਿਹੜਾ ਹੈ ਵਿੱਚ ਪ੍ਰਫੁੱਲਤ ਹੁੰਦਾ ਹੈ। ਸਮਤਾ ਸੁਚਤਾ ਮੁਦਤਾ ਖਿਮਾ। ਤੇ ਸਮਤਾ ਸਮਦ੍ਰਿਸ਼ਟੀ ਸਭ ਨੂੰ ਇੱਕ ਸਮਾਨ ਇੱਕ ਪਰਮੇਸ਼ਰ ਦੀ ਹੀ ਅੰਸ਼ ਪਰਮੇਸ਼ਰ ਦੇ ਹੀ ਪੈਦਾ ਕੀਤੇ ਹੋਏ ਜਾਣਨਾ। ਜੋ ਸੁਚਤਾ ਪਵਿੱਤਰਤਾ ਰੱਖਣੀ, ਵਿਸ਼ੇ ਵਿਕਾਰਾਂ ਦੀ ਅਪਵਿੱਤਰਤਾ ਦੂਰ ਕਰਨੀ, ਮੁਦਤਾ ਪ੍ਰਸੰਨ ਰਹਿਣਾ ਹੈ। ਤੇ ਕਿਸੇ ਦੇ ਸ਼ੁਭ ਗੁਣ ਵੇਖ ਕਰਕੇ ਕਿਸੇ ਕੋਲ ਪਦਾਰਥ ਵੇਖ ਕੇ ਸੜਨਾ ਨਾ ਪ੍ਰਸੰਨ ਰਹਿਣਾ। ਖਿਮਾ ਕਰ ਦੇਣਾ, ਖਿਮਾ ਕਰਨ ਵਾਲਾ ਸੁਭਾਅ ਰੱਖਣਾ। ਸ਼ਰਧਾ ਦਇਆ ਕਰਤ ਇਨ ਜਮਾ। ਤੇ ਸ਼ਰਧਾ ਰੱਖਣੀ, ਭਾਵਨਾ ਪਰਮੇਸ਼ਰ ਤੇ ਕਰਨੀ, ਦਇਆ ਕਰਨੀ ਜੀਵਾਂ ਤੇ, ਇਹਨਾਂ ਨੂੰ ਇਕੱਤਰ ਕਰਨਾ। ਇਹ ਧਰਮ ਰੂਪੀ ਖੇਤ ਵਿੱਚ ਹੀ ਇਹ ਜੋ ਬੀਜ ਹਨ ਸ਼ੁਭ ਗੁਣਾਂ ਦੇ ਪ੍ਰਫੁੱਲਤ ਹੁੰਦੇ ਨੇ। ਪ੍ਰਾਣੀ ਜੀਵ ਹੈ ਜਗ ਮਹਿ ਜਾਵਦ। ਤੇ ਜਦੋਂ ਤੱਕ ਸੰਸਾਰ ਦੇ ਵਿੱਚ ਪ੍ਰਾਣੀ ਰਹਿੰਦਾ ਹੈ ਰੱਖਿਆ ਧਰਮ ਕਰਤ ਹੈ ਤਾਵਦ। ਜਦੋਂ ਤੱਕ ਜਿਉਂਦਾ ਰਹਿੰਦਾ ਹੈ ਧਰਮ ਹੀ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣ ਵਾਸਤੇ ਸਹਾਇਤਾ ਕਰਦਾ ਹੈ। ਤਿਆਗੈ ਪ੍ਰਾਨ ਮ੍ਰਿਤਕ ਜਬ ਕੋਏ। ਤੇ ਜਦੋਂ ਕੋਈ ਵੀ ਆਪਣੇ ਪ੍ਰਾਣਾਂ ਨੂੰ ਤਿਆਗ ਕਰਕੇ ਮ੍ਰਿਤਕ ਹੋ ਜਾਂਦਾ ਹੈ, ਜਿਸ ਦਾ ਸਰੀਰ ਪ੍ਰਾਣਹੀਨ ਹੋ ਜਾਂਦਾ ਹੈ, ਚਲ ਹੈ ਵੱਡੇ ਮਗ ਏਕਲ ਹੋਏ। ਤੇ ਫਿਰ ਜੀਵ ਆਤਮਾ ਜਦੋਂ ਜਾਂਦੀ ਹੈ ਵੱਡਾ ਮਾਰਗ ਜਿਹੜਾ ਹੈ ਪਰਲੋਕ ਦਾ ਤਹਿ ਕਰਦੇ ਲੰਘਦੀ ਹੋਈ ਜਾਂਦੀ ਹੈ ਇਕੱਲੀ। ਤਬ ਹੈ ਸਹਾਇਕ ਧਰਮ ਅਸ਼ੋਕ। ਇਕੱਲਾ ਹੀ ਜਦੋਂ ਜੀਵ ਪਰਲੋਕ ਨੂੰ ਜਾਂਦਾ ਹੈ ਤਾਂ ਉਸ ਵੇਲੇ ਸ਼ੋਕ ਤੋਂ ਰਹਿਤ, ਗਮ ਤੋਂ ਰਹਿਤ ਕਰਨ ਵਾਲਾ, ਸਹਾਇਤਾ ਕਰਨ ਵਾਲਾ ਇੱਕ ਧਰਮ ਹੀ ਹੁੰਦਾ ਉਸ ਵਾਸਤੇ। ਸਭ ਸੁਖ ਦੇਤ ਬੀਜ ਪਰਲੋਕ। ਤੇ ਜਿਹੜਾ ਪਰਲੋਕ ਦੇ ਵਿੱਚ ਸਾਰੇ ਸੁਖ ਦੇਣ ਵਾਲਾ ਹੈ ਇਹ ਬੀਜ ਪਰਲੋਕ ਦੇ ਵਿੱਚ ਜੋ ਸਾਰੇ ਸੁੱਖਾਂ ਨੂੰ ਦੇਣ ਵਾਲਾ ਇੱਕ ਧਰਮ ਹੀ ਹੁੰਦਾ ਹੈ।
ਜਿਹੜਾ ਧਰਮ ਵਿੱਚ ਰਹਿ ਕੇ ਜਿਸ ਨੇ ਆਪਣੀ ਜ਼ਿੰਦਗੀ ਬਿਤਾਈ ਹੋਵੇ ਉਸ ਨੂੰ ਧਰਮ ਦੁਆਰਾ ਪਰਲੋਕ ਅੰਦਰ ਸੁਖ ਮਿਲਦਾ ਹੈ। ਜਾਂ ਤੇ ਸ਼ੁਭ ਇਮਾਨ ਸਭ ਹੀ ਕੋ। ਤੇ ਇਸ ਕਰਕੇ ਜਿਹੜਾ ਈਮਾਨ ਹੈ ਧਰਮ ਹੈ ਇਹੋ ਹੀ ਸਭਨਾਂ ਵਾਸਤੇ, ਭਾਵੇਂ ਕਿਸੇ ਵੀ ਮਤ ਨਾਲ ਸੰਬੰਧ ਹੋਵੇ ਕਿਸੇ ਦਾ, ਸੋ ਉਸ ਵਾਸਤੇ ਧਰਮ ਹੀ ਜੋ ਸ੍ਰੇਸ਼ਟ ਹੈ। ਤਜਹਿ ਨ ਕਬਹੂ ਚਹਿ ਸੁਖ ਜੀ ਕੋ। ਜਿਹੜੇ ਆਪਣੇ ਜੀਵ ਆਤਮਾ ਨੂੰ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੁਖ ਚਾਹੁੰਦੇ ਹਨ, ਧਰਮ ਨਹੀਂ ਹਾਰਦੇ ਕਦੇ ਵੀ। ਬੇਈਮਾਨ ਦੁਖ ਦੋਨੋਂ ਲੋਕ। ਜਿਹੜਾ ਬੇਈਮਾਨ ਹੋਵੇ, ਧਰਮ ਤੋਂ ਹੀਣਾ ਹੋਵੇ, ਉਸ ਨੂੰ ਦੋਹਾਂ ਲੋਕਾਂ ਵਿੱਚ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਦੁਖੀ ਹੋਣਾ ਪੈਂਦਾ। ਬੇਈਮਾਨ ਕੇ ਸਦ ਹੀ ਸ਼ੋਕ। ਜਿਹੜੇ ਬੇਈਮਾਨ ਹਨ ਉਹਨਾਂ ਵਾਸਤੇ ਸਦਾ ਹੀ ਸ਼ੋਕ ਗਮ ਹੀ ਝੋਰੇ ਹੀ ਬਣੇ ਰਹਿੰਦੇ ਹਨ, ਇਸ ਲੋਕ ਅਤੇ ਪਰਲੋਕ ਵਿੱਚ ਵੀ। ਬੇਈਮਾਨ ਦੋਜ਼ਖ ਮਹਿ ਜਾਏ। ਜਿਹੜੇ ਬੇਈਮਾਨ ਹਨ ਉਹਨਾਂ ਨੂੰ ਦੋਜ਼ਖ ਨਰਕਾਂ ਵਿੱਚ ਜਾਣਾ ਪੈਂਦਾ। ਬੇਈਮਾਨ ਕੀ ਗੋਰ ਜਲਾਏ। ਤੇ ਜਿਹੜੇ ਬੇਈਮਾਨ ਹਨ, ਧਰਮ ਤੋਂ ਹੀਣੇ ਹਨ, ਉਹਨਾਂ ਦੀ ਗੋਰ ਕਬਰ ਹੀ ਸੜਦੀ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦਾ ਵਚਨ ਬਦਲ ਕੇ, ਮੁਸਲਮਾਨ ਅੱਖਰ ਸ਼ਬਦ ਦੀ ਵਿਆਖਿਆ ਬਦਲ ਕੇ ਉਸ ਦੇ ਥਾਂ ਤੇ ਬੇਈਮਾਨ ਕਹਿ ਕੇ ਤੇ ਸਾਰਾ ਸ਼ਬਦ ਦਾ ਭਾਵ ਅਰਥ ਜਿਹੜਾ ਹੈ ਬਦਲ ਦਿੱਤਾ ਹੈ। ਧਰਮ ਤੋਂ ਹੀਣੇ ਬਾਰੇ ਵਿਆਖਿਆ ਜਿਹੜੀ ਹੈ ਕਰ ਦਿੱਤੀ ਹੈ। ਤੇ ਇਸ ਪ੍ਰਕਾਰ ਗੁਰੂ ਸਾਹਿਬ ਦਾ ਵਚਨ ਜਿਹੜਾ ਹੈ ਅਸਲ ਸੱਚ ਹੈ ਉਹ ਦੱਸਿਆ ਨਹੀਂ ਹੈ ਤੇ ਕਹਿ ਦਿੱਤਾ ਕਿ ਇਹ ਜਿਹੜੀ ਕਬਰ ਮੁਸਲਮਾਨ ਦੀ ਨਹੀਂ ਸੜਦੀ ਮਹਾਰਾਜ ਨੇ ਆਖੀ, ਉਹ ਤਾਂ ਬੇਈਮਾਨ ਦੀ ਕਹੀ ਹੈ। ਇਤਿਆਦਿਕ ਗੁਰਸੁਤ ਨੇ ਕਹਿਓ। ਤੇ ਇਤਿਆਦਿਕ ਐਸੇ ਜਿਹੜੇ ਬਚਨ ਹਨ ਮਹਾਰਾਜ ਸਾਹਿਬ ਜੀ ਦੇ ਸੁਪੁੱਤਰ ਬਾਬਾ ਰਾਮ ਰਾਏ ਜੀ ਨੇ ਕਹਿ ਦਿੱਤੇ। ਸ਼ਾਹ ਖੁਸ਼ਾਮਦ ਕੋ ਚਿਤ ਚਾਹਿਓ। ਤੇ ਆਪਣੇ ਚਿੱਤ ਵਿੱਚ ਚਾਹਿਆ ਕਿ ਮੈਂ ਬਾਦਸ਼ਾਹ ਔਰੰਗਜ਼ੇਬ ਦੀ ਖੁਸ਼ਾਮਦੀ ਕਰਾਂ, ਇਸ ਨੂੰ ਖੁਸ਼ ਕਰਾਂ, ਇਹ ਕਿਤੇ ਮੇਰੇ ਨਾਲ ਨਾਰਾਜ਼ ਨਾ ਹੋ ਜਾਏ। ਆਪਣੇ ਬਲ ਕੀ ਸੁਧ ਬਿਸਰਾਈ। ਤੇ ਆਪਣੇ ਬਲ ਦੀ ਜਿਹੜੀ ਖਬਰਸਾਰ ਸੀ ਉਹ ਭੁਲਾ ਦਿੱਤੀ। ਆਪਣੇ ਵਿੱਚ ਕਿੰਨਾ ਬਲ ਹੈ, ਕਿੰਨੀ ਸ਼ਕਤੀ ਹੈ, ਕਿੰਨੀ ਸਮਰੱਥਾ ਹੈ। ਕਿਉਂਕਿ ਪਹਿਲਾਂ ਵੀ ਸਮੇਂ ਅਨੁਸਾਰ ਜਦੋਂ ਕਿਤੇ ਪਰਖ ਕਰਨ ਦਾ ਇਹਨਾਂ ਨੇ ਹੇਠੀ ਕਰਨ ਦਾ ਯਤਨ ਕੀਤਾ ਹੈ, ਉਸ ਵੇਲੇ ਬਾਬਾ ਰਾਮ ਰਾਏ ਜੀ ਨੇ ਸ਼ਕਤੀ ਵਿਖਾ ਕੇ ਆਪਣਾ ਬਲ ਪ੍ਰਗਟ ਕਰਕੇ ਦਿਖਾਇਆ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਨੂੰ ਉੱਚਿਆਂ ਰੱਖਿਆ ਹੈ। ਪਰ ਇੱਥੇ ਇਸ ਪ੍ਰਕਾਰ ਦਾ ਮਨ ਵਿੱਚ ਖਿਆਲ ਆਇਆ ਕਿ ਇੰਨੇ ਸਮੇਂ ਦੀ ਜੋ ਸਾਂਝ ਬਣ ਰਹੀ ਹੈ ਇਸ ਵਿੱਚ ਕਿਤੇ ਫਰਕ ਨਾ ਪੈ ਜਾਏ, ਇਸ ਲਈ ਆਪਣੀ ਸ਼ਕਤੀ ਬਾਬਤ ਵੀ ਵਿਚਾਰ ਨਹੀਂ ਆਈ। ਸਤਿਗੁਰ ਗਿਰਾ ਦੀਨ ਉਲਟਾਈ। ਤੇ ਜਿਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਜੋ ਬਚਨ ਉਲਟ ਕਰ ਦਿੱਤੇ। ਅਦਬ ਨਾ ਸਮਝਿਓ ਪਹਿਲੇ ਗੁਰ ਕੋ। ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਹੂਬਹੂ ਉਸੇ ਪ੍ਰਕਾਰ ਹੀ ਕਥਨ ਕਰਨ ਦਾ ਜਿਹੜਾ ਸਤਿਕਾਰ ਹੈ ਪੂਰਾ ਨਾ ਰੱਖਿਆ। ਖੋਟੋ ਕਰਿਓ ਮਨੋਰਥ ਉਰ ਕੋ। ਤੇ ਇੱਕ ਦੁਨਿਆਵੀ ਪਦਾਰਥਾਂ ਦੀ ਜਿਹੜੀ ਦੁਨਿਆਵੀ ਬਾਦਸ਼ਾਹ ਹੈ, ਦੁਨਿਆਵੀ ਮਨੁੱਖ ਹੈ, ਉਸ ਨੂੰ ਖੁਸ਼ ਕਰਨ ਦੀ ਸਾਂਝ ਕਾਇਮ ਰੱਖਣ ਵਾਸਤੇ ਹੀ ਖੋਟਾ ਮਨੋਰਥ ਸੰਕਲਪ ਫੁਰਨਾ ਆਪਣਾ ਮਨ ਵਿੱਚ ਕਰ ਲਿਆ। ਗੰਢ ਸ਼ਾਹੋ ਸੋ ਮੇਰੋ ਰਹਿ। ਤੇ ਇਹ ਸੋਚ ਲਿਆ ਕਿ ਇਸ ਬਾਦਸ਼ਾਹ ਦੇ ਨਾਲ ਮੇਰੀ ਪ੍ਰੀਤ ਬਣੀ ਰਹੇ। ਲੱਖੋਂ ਦਰਬ ਦੇਤ ਨਿਤ ਹੈ। ਇਸ ਨਾਲ ਸਾਂਝ ਜਿਹੜੀ ਹੈ ਗੱਠ ਜੋੜ ਬਣਿਆ ਰਹੇ, ਕਿਉਂਕਿ ਲੱਖਾਂ ਹੀ ਰੁਪਇਆ ਜਿਹੜਾ ਧਨ ਹੈ ਇਸ ਦੇ ਪਾਸੋਂ ਮੈਨੂੰ ਨਿਤ ਹੀ ਪ੍ਰਾਪਤ ਹੁੰਦਾ ਹੈ। ਤਿਸ ਦਿਨ ਤੇ ਟੂਟਿਓ ਗੁਰ ਦਿਸ਼ ਤੇ ਇਸ ਦਿਨ ਤੋਂ ਜਿਸ ਦਿਨ ਹੀ ਇਹ ਬਚਨ ਮਹਾਰਾਜ ਸਾਹਿਬ ਜੀ ਦਾ ਉਲਟਾ ਦਿੱਤਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵੱਲੋਂ ਟੁੱਟ ਗਿਆ ਹੈ। ਜਿਹੜੀ ਪ੍ਰੀਤ ਪਹਿਲਾਂ ਦੀ ਬਣੀ ਹੋਈ ਸੀ ਟੁੱਟ ਗਈ। ਕਰੇ ਖੁਸ਼ਾਮਤ ਪਲਟਿਓ ਜਿਸ ਤੇ। ਕਿਉਂਕਿ ਜਿਸ ਕਰਕੇ ਬਚਨ ਜੋ ਪਲਟ ਦਿੱਤਾ ਹੈ ਖੁਸ਼ਾਮਦੀ ਕਰਨ ਵਾਸਤੇ, ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ। ਅਪਰ ਪ੍ਰਸੰਗ ਅਨੇਕ ਚਲੇ ਹੈ। ਤੇ ਐਸਾ ਬਚਨ ਸੁਣਾ ਦਿੱਤਾ ਮਹਾਰਾਜ ਸਾਹਿਬ ਦਾ ਬਚਨ ਪੂਰਾ ਸੱਚ ਸਰੂਪ ਸੱਚਾ ਬਚਨ ਕਰਕੇ, ਸੱਚੀ ਸ਼ੁਭ ਵਿਆਖਿਆ ਕਰਕੇ ਨਹੀਂ ਸੁਣਾਈ, ਗਲਤ ਅਰਥ ਕਰ ਦਿੱਤੇ ਤੇ ਅੱਖਰ ਵੀ ਬਦਲ ਦਿੱਤੇ। ਇਸ ਪ੍ਰਕਾਰ ਅਪਰ ਪ੍ਰਸੰਗ ਅਨੇਕ ਚੱਲੇ ਹੈ। ਤੇ ਹੋਰ ਵੀ ਅਨੇਕਾਂ ਜਿਹੜੇ ਪ੍ਰਸੰਗ ਉਸ ਵੇਲੇ ਚੱਲੇ ਉਹਨਾਂ ਦੀ ਵਿਚਾਰ ਹੋਈ। ਉੱਤਰ ਸਭ ਕੋ ਦੀਏ ਭਲੇ ਹੈ। ਤੇ ਜਿਹੜੇ ਹੋਰ ਕਈ ਗੱਲਾਂ ਕੀਤੀਆਂ, ਕਈ ਸਵਾਲ ਕੀਤੇ,
ਉਹਨਾਂ ਦੇ ਚੰਗੀ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦੀ ਸਭਾ ਵਿੱਚ ਜਵਾਬ ਦਿੱਤੇ। ਸਭਾ ਉੱਠੀ ਪੁਨ ਆਇਓ ਡੇਰੇ। ਤੇ ਸਭਾ ਵਿੱਚ ਬੈਠੇ ਹੋਏ ਸਭ ਉੱਠ ਗਏ, ਔਰੰਗਜ਼ੇਬ ਵੀ ਉੱਠ ਗਿਆ। ਤਾਂ ਫਿਰ ਆਪਣੇ ਡੇਰੇ ਨੂੰ ਬਾਬਾ ਰਾਮ ਰਾਏ ਜੀ ਆ ਗਏ। ਖਾਨ ਪਾਨ ਕਰ ਹਰਖ ਬਡੇਰੇ। ਤੇ ਪ੍ਰਸ਼ਾਦਾ ਪਾਣੀ ਛਕ ਕੇ ਪ੍ਰਸੰਨਤਾ ਦੇ ਸਹਿਤ ਹੋਏ ਰਹੇ। ਆਗੇ ਜੇਤਕ ਅਜ਼ਮਤ ਦੇਈ। ਤੇ ਅੱਗੇ ਫਿਰ ਜਿੰਨੀ ਕੋ ਅਜਮਤ ਕਰਾਮਾਤ ਦਿਖਾਈ ਸੀ, ਲਿਖ ਲਿਖ ਸਕਲ ਪਠਾਵਨ ਕਈ। ਤੇ ਉਹ ਸਭ ਕਰਾਮਾਤ ਸਮੇਂ ਅਨੁਸਾਰ ਜਿਹੜੀ ਦਿਖਾਉਂਦੇ ਰਹੇ, ਲਿਖ ਲਿਖ ਕੇ ਆਪਣੇ ਪਿਤਾ ਸਤਿਗੁਰੂ ਮਹਾਰਾਜ ਸਾਹਿਬ ਪਾਸ ਭੇਜਦੇ ਰਹੇ। ਇਹ ਬਿਰਤਾਂਤ ਸੁਣ ਕੈ ਸਿੱਖ ਕੋਈ। ਤੇ ਇਹ ਜੋ ਹਾਲ ਹੈ ਇਹ ਸੁਣਿਆ ਹੈ ਕਿਸੇ ਸਿੱਖ ਨੇ। ਲਿਖ ਅਰਦਾਸ ਚਲਿਓ ਲੈ ਸੋਈ। ਤੇ ਕਿਉਂਕਿ ਹੋਰ ਤਾਂ ਕਰਾਮਾਤਾਂ ਸਭ ਲਿਖ ਲਿਖ ਕੇ ਭੇਜੀਆਂ ਬਾਬਾ ਰਾਮ ਰਾਏ ਜੀ ਨੇ ਆਪ ਵੀ, ਪਰ ਜੋ ਇਹ ਗੱਲ ਹੈ ਗੁਰਬਾਣੀ ਦਾ ਸ਼ਬਦ ਅੱਖਰ ਬਦਲਣ ਦੀ, ਇਹ ਮਹਾਰਾਜ ਸਾਹਿਬ ਜੀ ਨੂੰ ਸੁਣਾਉਣ ਦੱਸਣ ਵਾਸਤੇ ਨਹੀਂ ਭੇਜੀ। ਇੱਕ ਸਿੱਖ ਨੇ ਹੀ ਇਹ ਸਾਰਾ ਹਾਲ ਜਿਹੜਾ ਹੈ ਮਹਾਰਾਜ ਸਾਹਿਬ ਦੇ ਬਚਨ ਨੂੰ ਬਦਲਣ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਾ ਕੇ ਦੱਸਣ ਲਈ ਔਰ ਹੋਰ ਜੋ ਅਰਦਾਸ ਬੇਨਤੀ ਹੈ ਉਹ ਲਿਖਵਾ ਲਈ ਤੇ ਚਲੇ ਗਏ। ਉਹ ਸਿੱਖ ਜਿਹੜਾ ਹੈ ਕੀਰਤਪੁਰ ਸਾਹਿਬ ਵੱਲ ਨੂੰ ਚੱਲ ਪਿਆ। ਸਕਲ ਕੁਸ਼ਲ ਕੀ ਗਾਥ ਪਠਾਈ। ਤੇ ਹੋਰ ਸੁਖ ਸ਼ਾਂਤੀ ਦੀ ਜਿਹੜੀ ਖਬਰ ਹੈ ਬਾਬਾ ਰਾਮ ਰਾਏ ਜੀ ਵੱਲੋਂ ਭੇਜੀ ਗਈ। ਸ਼ਾਹੋ ਸਾਥ ਜਿਮ ਲਿਖਿਓ ਤਥਾਈ। ਤੇ ਜਿਸ ਪ੍ਰਕਾਰ ਔਰੰਗਜ਼ੇਬ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਤਿਵੇਂ ਬਾਕੀ ਦੀਆਂ ਸਭ ਲਿਖਵਾਈਆਂ ਹਨ। ਦਿੱਲੀ ਤੇ ਚੱਲ ਕੇ ਸਿੱਖ ਤੂਰਨ। ਤੇ ਸਿੱਖ ਨੇ ਜਿਸ ਨੇ ਬਾਬਾ ਰਾਮ ਰਾਏ ਜੀ ਤੋਂ ਵੀ ਜੋ ਬਚਨ ਪੁੱਛੇ ਹੈ ਔਰ ਜੋ ਦੱਸਣਾ ਸੀ ਉਹ ਪੁੱਛ ਲਿਆ ਹੈ। ਸਤਿਗੁਰੂ ਸਾਹਿਬ ਮਹਾਰਾਜ ਨੂੰ ਜੋ ਜਾ ਕੇ ਬੇਨਤੀਆਂ ਕਰਨੀਆਂ ਸਨ ਔਰ ਆਪਣੀ ਵੱਲੋਂ ਵੀ ਉਹ ਗੱਲ ਵੀ ਵਿੱਚ ਲਿਖ ਲਈ ਹੈ ਜਿਹੜੀ ਕਿ ਗੁਰੂ ਕੀ ਬਾਣੀ ਦਾ ਅੱਖਰ ਸ਼ਬਦ ਬਦਲਣ ਦੀ ਹੈ। ਕ੍ਰਮ ਤੇ ਉਲੰਘ ਦਿੱਲੀ ਤੇ ਚੱਲ ਕੇ ਸਿੱਖ ਤੂਰਨ। ਤੇ ਇਸ ਤਰ੍ਹਾਂ ਛੇਤੀ ਉੱਥੋਂ ਚਾਲਾ ਪਾ ਕਰਕੇ ਸਿੱਖ ਕ੍ਰਮ ਤੇ ਉਲੰਘਿਓ ਪੰਥ ਸਪੂਰਨ। ਤੇ ਸਾਰਾ ਰਸਤਾ ਕ੍ਰਮਵਾਰ ਪੜਾ ਦਰ ਪੜਾ ਕਰਦਿਆਂ ਹੋਇਆਂ ਤਹਿ ਕੀਤਾ ਹੈ, ਪਹੁੰਚੇ ਹਨ ਕੀਰਤਪੁਰ ਸਾਹਿਬ। ਕੀਰਤਪੁਰ ਸਤਿਗੁਰ ਹਰਿ ਰਾਏ। ਜਿੱਥੇ ਕਿ ਸ੍ਰੀ ਕੀਰਤਪੁਰ ਸਾਹਿਬ ਵਿੱਚ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਨਿਵਾਸ ਕਰ ਰਹੇ। ਤਿੰਨ ਟਿਗ ਪਹੁੰਚਿਓ ਬੰਦੇ ਪਾਏ। ਤੇ ਸਤਿਗੁਰਾਂ ਦੇ ਬੰਦੇ ਪਾਏ, ਬੰਦਨਾ ਕੀਤੀ ਚਰਨਾਂ ਤੇ ਜਾ ਕੇ ਉਸ ਸਿੱਖ ਨੇ ਸਕਲ ਕੁਸ਼ਲ ਅਰਦਾਸ ਸੁਣਾਈ। ਤੇ ਸਾਰੀ ਸੁਖ ਸ਼ਾਂਤ ਸੁਣਾਈ ਹੈ, ਅਰਦਾਸ ਬੇਨਤੀ ਸੁਣਾਈ। ਅਪਰ ਹਕੀਕਤ ਪੁਨਹ 부ਝਾਈ। ਤੇ ਹੋਰ ਫਿਰ ਜੋ ਹਕੀਕਤ ਹੈ ਜੋ ਹੋਈ ਬੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸੀ ਹੈ। ਅੰਤਰਜਾਮੀ ਰਾਵਰ ਸਾਰੇ। ਤੇ ਸਤਿਗੁਰਾਂ ਨੇ ਜਦੋਂ ਪੁੱਛਿਆ ਕਿ ਹੋਰ ਕੋਈ ਗੱਲਬਾਤ ਹੈ ਉਹ ਵੀ ਸਿੱਖਾ ਸੁਣਾ ਸਾਨੂੰ ਸਾਡੇ ਪੁੱਤਰ ਬਾਰੇ, ਤਾਂ ਅੱਗੋਂ ਸਿੱਖ ਨੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਆਪ ਤਾਂ ਸਭ ਕੁਝ ਭਾਵੇਂ ਅੰਤਰਜਾਮੀ ਜਾਣਦੇ ਹੋ, ਬਿਨਾ ਕਹੇ ਜਾਣੋ ਜਗ ਕਾਰੇ। ਮਹਾਰਾਜ ਮੈਂ ਭਾਵੇਂ ਆਪ ਜੀ ਨੂੰ ਨਾਮ ਹੀ ਦੱਸਾਂ, ਜਗਤ ਦੇ ਵਿੱਚ ਜੋ ਕੰਮਕਾਰ ਹੋ ਰਹੇ ਹਨ ਸਭ ਆਪ ਨੂੰ ਪਤਾ ਹੈ। ਸ਼੍ਰੀ ਹਰਿ ਰਾਏ ਨਿਕਟ ਸਿੱਖ ਸੰਗਤ। ਤੇ ਸਤਿਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਹੋਰ ਵੀ ਸਿੱਖ ਸੰਗਤਾਂ ਇਸ ਵੇਲੇ ਬੈਠੀਆਂ ਹੋਈਆਂ। ਬੈਠੇ ਹੋਤੇ ਨਿਕਟ ਕਰ ਪੰਗਤ। ਤੇ ਪੰਗਤਾਂ ਲਗਾ ਕੇ ਜਾਣੋ ਕਿ ਸੰਗਤ ਪੰਗਤ ਦੇ ਵਿੱਚ ਮਿਲ ਕਰਕੇ ਸਭ ਸਿੱਖ ਸੇਵਕ ਬੈਠੇ ਹਨ। ਸਭ ਹਿਨ ਕੇ ਸੁਨਾਏ ਬੇਕਾਰਨ। ਤੇ ਸਭਨਾਂ ਨੂੰ ਹੋਰਾਂ ਸੰਗਤਾਂ ਨੂੰ ਵੀ ਜਣਾਉਣ ਵਾਸਤੇ ਸੁਣਾਉਣ ਵਾਸਤੇ ਸਿੱਖ ਸੋ ਸਤਿਗੁਰ ਕੀਨ ਉਚਾਰਨ। ਤੇ ਸਿੱਖ ਦੇ ਤਾਈ ਮਹਾਰਾਜ ਸਾਹਿਬ ਨੇ ਵਚਨ ਉਚਾਰਿਆ ਹੈ। ਕਹੋ ਬਿਰਤਾਂਤ ਦਿੱਲੀ ਮਹਿ ਜੈਸਾ। ਕਿ ਭਾਈ ਗੁਰਸਿੱਖਾ ਦਿੱਲੀ ਸ਼ਹਿਰ ਦਾ ਜੋ ਬਿਰਤਾਂਤ ਹੋਇਆ ਹੈ, ਸਾਡਾ ਸਪੁੱਤਰ ਕਿਵੇਂ ਜਾ ਕੇ ਉੱਥੇ ਰਹਿੰਦਾ ਹੈ, ਕਿਵੇਂ ਬਾਦਸ਼ਾਹ ਦੇ ਨਾਲ ਮੇਲ ਮਿਲਾਪ ਹੋਇਆ ਦੱਸ। ਤੁਰਕੇਸ਼ਵਰ ਵਰਤੈ ਕਹੋ ਕੈਸਾ। ਤੁਰਕਾਂ ਦਾ ਬਾਦਸ਼ਾਹ ਕਿਵੇਂ ਵਰਤਦਾ, ਕਿਵੇਂ ਦਾ ਵਿਹਾਰ ਕਰਦਾ ਦੱਸ। ਰਾਮ ਰਾਏ ਕੋ ਮਿਲਬੋ ਭਇਓ। ਤੇ ਸਾਡੇ ਸਪੁੱਤਰ ਰਾਮ ਰਾਏ ਜੀ ਦੇ ਨਾਲ ਮਿਲਾਪ ਕਿਵੇਂ ਤੁਰਕ ਦਾ ਹੋਇਆ ਹੈ।
ਕਿਸ ਪ੍ਰਕਾਰ ਪੂਰਬ ਚਲ ਗਇਓ। ਤੇ ਕਿਸ ਤਰ੍ਹਾਂ ਪਹਿਲਾਂ ਚੱਲ ਕਰਕੇ ਪਹੁੰਚੇ ਸਨ ਔਰੰਗਜ਼ੇਬ ਦੇ ਪਾਸ। ਬਚਨ ਸਪਰਸ਼ਨ ਕੈਸੇ ਕੀਏ। ਤੇ ਕਿਸ ਤਰ੍ਹਾਂ ਬਚਨ ਜਿਹੜੇ ਸਨ ਉਹ ਸੁਣਾਏ ਸਨ ਤੇ ਕਿਸ ਤਰ੍ਹਾਂ ਦੇ ਬੋਲ ਔਰੰਗਜ਼ੇਬ ਦੇ ਕੋਲੋਂ ਸੁਣੇ ਸੀ। ਕਿਮ ਉੱਤਰ ਬਾਦੀ ਕਹੁ ਦੀਏ। ਤੇ ਉਸ ਝਗੜਾਲੂ ਔਰੰਗਜ਼ੇਬ ਨੂੰ ਕਿਵੇਂ ਜਵਾਬ ਉਸ ਦੇ ਪ੍ਰਸ਼ਨਾਂ ਦੇ ਦਿੱਤੇ ਸਨ। ਲੈਣ ਦੇਣ ਕੋ ਕਿਮ ਵਿਵਹਾਰ। ਤੇ ਉਸ ਨਾਲ ਲੈਣ ਦੇਣ ਦਾ ਵਿਵਹਾਰ ਕਿਵੇਂ ਹੁੰਦਾ ਰਿਹਾ। ਕਿਮ ਸਨਮਾਨ ਅਮਾਨ ਉਚਾਰ। ਤੇ ਕਿਵੇਂ ਆਦਰ ਨਿਰਾਦਰ ਵਾਲੀਆਂ ਗੱਲਾਂ ਹੁੰਦੀਆਂ ਰਹੀਆਂ ਸਭਾ ਦੇ ਵਿੱਚ ਪਹੁੰਚਣ ਤੇ। ਕਿਠਕ ਦਿਵਸ ਮਹਿ ਮੇਲ ਕਰਨ ਤੇ ਕਿੰਨੇ ਕੁ ਦਿਨਾਂ ਬਾਅਦ ਔਰੰਗਜ਼ੇਬ ਦੇ ਨਾਲ ਮੇਲ ਮਿਲਾਪ ਹੁੰਦਾ ਸੀ। ਕਰਾਮਾਤ ਕਿਮ ਤਿਸੈ ਦਿਖੰਤੇ। ਤੇ ਕਿਵੇਂ ਔਰੰਗਜ਼ੇਬ ਨੂੰ ਕਰਾਮਾਤ ਸ਼ਕਤੀ ਦਿਖਾਉਂਦੇ ਸਨ ਸਾਡੇ ਸਪੁੱਤਰ। ਕਿਮ ਸਤਗੁਰ ਘਰ ਕੀ ਵਡਿਆਈ। ਸਤਿਗੁਰਾਂ ਦੇ ਘਰ ਦੀ ਵਡਿਆਈ ਕਿਵੇਂ ਕਾਇਮ ਰੱਖੀ ਸਾਡੇ ਸਪੁੱਤਰ ਨੇ। ਰਾਖੈ ਸ਼ਾਹ ਕੇ ਬਾਦ ਉਠਾਈ। ਅੱਗੋਂ ਔਰੰਗਜ਼ੇਬ ਬਾਦਸ਼ਾਹ ਵੀ ਉਹਨਾਂ ਦਾ ਜੋ ਵਡਿਆਈ ਰੱਖਦਾ ਰਿਹਾ ਕਿ ਜਾਂ ਝਗੜੇ ਹੀ ਉਠਾਉਂਦਾ ਰਿਹਾ। ਆਗੇ ਵੀ ਸੁਧ ਆਵਤ ਰਹੀ। ਤੇ ਅੱਗੇ ਵੀ ਸਾਡੇ ਪਾਸ ਤਾਂ ਖਬਰ ਪਹੁੰਚਦੀ ਰਹੀ ਹੈ। ਜਿਮ ਬੀਤੀ ਨਰਗਨ ਤਿਮ ਕਹੀ। ਜਿਵੇਂ ਬਤੀਤ ਹੋਈ ਹੈ ਅੱਗੇ ਜਿਸ ਪ੍ਰਕਾਰ ਦਾ ਸਮਾਂ ਬੀਤਿਆ ਉਹ ਵੀ ਲੋਕਾਂ ਨੇ ਦੱਸਿਆ ਹੈ ਸਾਨੂੰ। ਤਉ ਸਮੀਪੀ ਤੂੰ ਨਿਤ ਰਹੈਂ। ਤਾਂ ਵੀ ਸਿੱਖਾ ਤੂੰ ਨਿਤ ਹੀ ਸਾਡੇ ਸਪੁੱਤਰ ਦੇ ਨੇੜੇ ਰਹਿੰਦਾ ਰਿਹਾ ਹੈ। ਅਲਪ ਅਧਿਕ ਗਤ ਸਭ ਹੂੰ ਲਹੈਂ। ਛੋਟੀਆਂ ਵੱਡੀਆਂ ਗੱਲਾਂ ਸਭ ਤੂੰ ਜਾਣਦਾ ਹੈ। ਜਬ ਕੇ ਦਿੱਲੀ ਨਗਰ ਪ੍ਰਵੇਸ਼ੇ। ਜਦੋਂ ਦੇ ਦਿੱਲੀ ਸ਼ਹਿਰ ਦੇ ਵਿੱਚ ਸਾਡਾ ਸਪੁੱਤਰ ਜੀ ਪ੍ਰਵੇਸ਼ ਹੋਏ। ਤਬ ਕੋ ਸਭ ਬਿਰਤਾਂਤ ਕਹੋ ਤੈਸੇ। ਤਦੋਂ ਦਾ ਸਾਰਾ ਹਾਲ ਜਿਹੜਾ ਹੈ ਦੱਸਣਾ ਕਰ ਸ਼ੁਰੂ ਤੋਂ ਲੈ ਕੇ। ਹਿਮ ਸਤਗੁਰ ਤੇ ਸੁਨ ਸਿੱਖ ਸੋਏ। ਇਸ ਤਰ੍ਹਾਂ ਸਤਿਗੁਰੂ ਹਰਿਰਾਜ ਸਾਹਿਬ ਜੀ ਤੋਂ ਸਿੱਖ ਨੇ ਸੁਣਿਆ। ਕਰੀ ਅਰਦਾਸ ਬੰਦ ਕਰ ਦੋਏ। ਤੇ ਹੱਥ ਜੋੜ ਕੇ ਦੋਵੇਂ ਹੱਥ ਜੋੜ ਬੇਨਤੀ ਕਰਕੇ ਦੱਸਣ ਲੱਗਾ। ਜਬ ਕੇ ਪੁਰੀ ਪ੍ਰਵੇਸ਼ੇ ਜਾਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਸਪੁੱਤਰ ਜੀ ਜਦੋਂ ਦੇ ਦਿੱਲੀ ਸ਼ਹਿਰ ਵਿੱਚ ਜਾ ਪ੍ਰਵੇਸ਼ ਹੋਏ। ਰਹੇ ਤਹਾਂ ਆਨੰਦ ਉਪਜਾਏ। ਬੜੇ ਆਨੰਦ ਦੇ ਸਹਿਤ ਉੱਥੇ ਫਿਰ ਰਹੇ ਹਨ। ਅਜ਼ਮਤ ਜਾਜਤ ਜਿਮ ਤੁਰਕੇਸ਼। ਜਿਵੇਂ ਤੁਰਕਾਂ ਦਾ ਬਾਦਸ਼ਾਹ ਸ਼ਕਤੀਆਂ ਦਿਖਾਉਣ ਵਾਸਤੇ ਕਹਿੰਦਾ ਰਿਹਾ। ਪੁੱਤਰ ਆਪ ਕੋ ਦੇ ਤਿਮ ਕਿਵੇਂ ਹੀ ਚੰਗੀਆਂ ਕਰਾਮਾਤਾਂ ਆਪ ਜੀ ਦਾ ਸਪੁੱਤਰ ਦਿਖਾਉਂਦਾ ਰਿਹਾ ਹੈ। 10 ਅਰ 3000 ਦਰਬ ਦੇ। ਤੇ 10 ਤੇ 13,000 ਰੁਪਇਆ ਜਿਹੜਾ ਹੈ ਔਰੰਗਜ਼ੇਬ ਬਾਦਸ਼ਾਹ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਸਾਹਿਬਜ਼ਾਦੇ ਦੇ ਡੇਰੇ ਭੇਜਿਆ ਜਾਂਦਾ ਰਿਹਾ। ਨਿਤ ਪ੍ਰਤ ਬਾਂਛਤ ਅਪਰ ਸਰਬ ਦੇ। ਹਰ ਰੋਜ਼ ਇੰਨਾ ਰੁਪਇਆ ਭੇਜਦਾ ਔਰ ਹੋਰ ਵੀ ਲੋੜੀਂਦੇ ਪਦਾਰਥ ਜਿਹੜੇ ਵਸਤੂਆਂ ਆਦਿ ਭੇਜਦਾ ਰਹਿੰਦਾ। ਵਧਿਓ ਸਮਾਜ ਤੁਰੰਗਮ ਆਦ। ਤੇ ਆਪ ਜੀ ਦੇ ਸਪੁੱਤਰ ਦੇ ਪਾਸ ਘੋੜਿਆਂ ਤੋਂ ਲੈ ਕੇ ਫੌਜਾਂ ਆਦਿਕ ਤੱਕ ਦਾ ਸਾਰਾ ਸਾਜੋ ਸਮਾਨ ਵਧਿਆ। ਢਿਗ ਸਿੱਖ ਸੰਗਤ ਬਹੁ ਅਹਿਲਾਦ। ਆਪ ਜੀ ਦੇ ਸਪੁੱਤਰ ਦੇ ਕੋਲ ਸਿੱਖ ਸੰਗਤਾਂ ਬੜੇ ਆਨੰਦ ਸਹਿਤ ਇਕੱਤਰ ਹੁੰਦੀਆਂ ਨੇ। ਸਿੱਖ ਹਜ਼ਾਰ ਹੋਏ ਆਨ। ਤੇ ਹਜ਼ਾਰਾਂ ਹੀ ਸੇਵਕ ਉਹਨਾਂ ਦੇ ਬਣ ਗਏ ਹਨ ਆ ਕੇ। ਅਧਿਕ ਪ੍ਰਤਾਪ ਭਇਓ ਤਿਸ ਥਾਨ। ਉਸ ਥਾਂ ਤੇ ਦਿੱਲੀ ਸ਼ਹਿਰ ਦੇ ਵਿੱਚ ਆਪ ਜੀ ਦੇ ਸਪੁੱਤਰ ਦਾ ਬਹੁਤ ਤੇਜ ਪ੍ਰਤਾਪ ਵਧਿਆ ਹੈ। ਨਿਕਟ ਨਰੰਗੇ ਕੇ ਨਿਤ ਜਾਤ। ਨਿਤ ਹੀ ਨਰੰਗੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਜਾਇਆ ਕਰਦੇ ਹਨ ਆਪ ਜੀ ਦੇ ਸਪੁੱਤਰ ਜੀ। ਸਨਮਾਨਤ ਕਹਿ ਮధుਰ ਮਾਧੁਰ ਬਾਤ। ਤੇ ਮਿੱਠੇ ਮਿੱਠੇ ਬੋਲ ਕਹਿ ਕੇ ਸਨਮਾਨ ਵੀ ਕਰਦਾ ਹੈ ਆਪ ਜੀ ਦੇ ਸਪੁੱਤਰ ਦਾ ਔਰੰਗਜ਼ੇਬ। ਵਸਤ ਅਮੋਲਕ ਅਪਰਨ ਕਰੈ। ਤੇ ਹੋਰ ਵੀ ਜਿਹੜੀਆਂ ਅਮੋਲਕ ਵਸਤੂਆਂ ਜਿਹੜੀਆਂ ਹਨ ਸੋ ਅਰਪਣ ਕਰੈ। ਵਸਤ ਅਮੋਲਕ ਅਰਪਣ ਕਰੈ। ਜੋ ਅਨੇਕਾਂ ਹੀ ਵਸਤੂਆਂ ਕੀਮਤੀ ਉਹ ਵੀ ਭੇਟਾ ਕਰਦਾ ਔਰੰਗਜ਼ੇਬ ਆਪ ਜੀ ਦੇ ਸਪੁੱਤਰ ਅੱਗੇ। ਅਜ਼ਮਤ ਦੇਖ ਭਾਉ ਔਰ ਧਰੈ। ਤੇ ਸ਼ਕਤੀ ਵੇਖ ਕੇ ਹਿਰਦੇ ਵਿੱਚ ਪ੍ਰੇਮ ਕਰਦਾ ਹੈ। ਚੜ੍ਹੈ ਕਿਤਹੁ ਨਿਜ ਸਾਥ ਚੜਾਵਹਿ। ਕਿਧਰੇ ਸ਼ਿਕਾਰ ਕਰਨ ਵਾਸਤੇ ਜਾਂ ਸੈਰ ਕਰਨ ਲਈ ਜਾਣ ਲੱਗਦਾ ਆਪਣੇ ਨਾਲ ਲੈ ਕੇ ਜਾਂਦਾ। ਸ਼ੁਭ ਬਾਤਨ ਕਹੋ ਕਹਿ ਕਹਾਵਹਿ। ਸ਼ੁਭ ਬੋਲ ਕਹਿੰਦਾ ਸੁਣਦਾ ਵੀ ਹੈ ਤੇ ਕਹਾਉਂਦਾ ਵੀ ਹੈ ਹੋਰਾਂ ਕੋਲੋਂ। ਬ੍ਰਿਤ ਅਖੇਰ ਜਾਤ ਹੈ ਸੰਗ। ਤੇ ਜਦੋਂ ਸ਼ਿਕਾਰ ਵਾਸਤੇ ਜਾਂਦਾ ਨਾਲ ਲਿਜਾਂਦਾ ਆਪ ਜੀ ਦੇ ਪੁੱਤਰ ਨੂੰ। ਗੱਜ ਸਿਵਕਾ ਕਹਿ ਚੜ੍ਹੇ ਤੁਰੰਗ। ਹਾਥੀ ਤੇ ਸਵਾਰ ਕਰਕੇ ਜਾਂਦਾ ਜਾਂ ਘੋੜੇ ਤੇ ਨਾਲ ਸਵਾਰ ਹੋ ਕੇ ਜਾਂ ਸਿਵਕਾ ਪਾਲਕੀ ਵਿੱਚ ਬੈਠ ਕੇ ਆਪ ਜੀ ਦੇ ਪੁੱਤਰ ਜੀ ਉਸ ਦਾ ਨਾਲ ਜਾਂਦੇ ਹਨ। ਗੁਰ ਅਰਜਨ ਸ਼੍ਰੀ ਹਰਗੋਬਿੰਦ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਿਲਣ ਤੇ ਜਿਨ੍ਹਾਂ ਕੋ
ਸਤਿਕਾਰ ਜਿਵੇਂ ਜਹਾਂਗੀਰ ਨੇ ਰੱਖਿਆ ਸੀ ਗੁਰੂ ਸਾਹਿਬ ਦਾ, ਔਰ ਫਿਰ ਉਸ ਤੋਂ ਬਾਅਦ ਜ਼ਿਆਦਾ ਸਤਿਕਾਰ ਆਪ ਜੀ ਦੇ ਸੋ ਦਾਦਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬਹੁਤਾ ਰੱਖਦਾ ਰਿਹਾ ਸੀ ਜਹਾਂਗੀਰ ਜਿਵੇਂ। ਇਨਕੋ ਭਾਜਿਮ ਮਾਨ ਬਿਲੰਦ, ਤੇ ਇਸ ਪ੍ਰਕਾਰ ਦਾ ਹੀ ਆਪ ਜੀ ਦੇ ਸੁਪੁੱਤਰ ਦਾ ਜੋ ਸਤਿਕਾਰ ਹੈ ਉੱਥੇ ਔਰੰਗਜ਼ੇਬ ਵੱਲੋਂ ਵਧਿਆ ਹੈ। ਤਿਸੀ ਰੀਤ ਰਾਵਰ ਕੇ ਸੁਤ ਕੋ, ਤੇ ਉਸੇ ਪ੍ਰਕਾਰ ਦਾ ਹੀ ਜੋ ਆਪ ਜੀ ਦੇ ਸੁਪੁੱਤਰ ਦਾ ਸਤਿਕਾਰ ਹੁਣ ਉਹ ਬਾਦਸ਼ਾਹ ਔਰੰਗਜ਼ੇਬ ਕਰਦਾ ਹੈ। ਕਰਹਿ ਸ਼ਾਹ ਅਰ ਰਾਖਹਿ ਹਿਤ ਕੋ, ਤੇ ਪ੍ਰੇਮ ਰੱਖਦਾ ਹੈ ਤੇ ਸਤਿਕਾਰ ਕਰਦਾ ਹੈ ਥੋੜਾ ਬਹੁਤ। ਬਹਿਲੋ ਕੇ ਭਾਈ ਗੁਰਦਾਸ, ਤੇ ਭਾਈ ਬਹਿਲੋ ਜੀ ਦੀ ਕੁਲ ਵਿੱਚੋਂ ਜੋ ਭਾਈ ਗੁਰਦਾਸ ਜੀ ਆਪ ਜੀ ਨੇ ਭੇਜੇ ਹਨ ਆਪਣੇ ਸੁਪੁੱਤਰ ਨਾਲ। ਇਤਿਆਦਿਕ ਸਿੱਖ ਸਭ ਰਹਿ ਪਾਸ, ਐਸੇ ਹੋਰ ਵੀ ਸਿੱਖ ਆਪ ਜੀ ਦੇ ਪੁੱਤਰ ਪਾਸ ਰਹਿੰਦੇ ਹਨ ਉੱਥੇ। ਵੱਡੀ ਭੀੜ ਨਿਤ ਪ੍ਰਤ ਟਿਗ ਹੋਵੇ, ਨਿਤਾ ਪ੍ਰਤੀ ਆਪ ਜੀ ਦੇ ਸਾਹਿਬਜ਼ਾਦੇ ਕੋਲ ਸੰਗਤਾਂ ਦਾ ਇਕੱਠ ਹੁੰਦਾ ਹੈ। ਤਰਹਿ ਭਾਵ ਦਰਸ਼ਨ ਕਹੋ ਜੋਵੈ, ਪ੍ਰੇਮ ਧਾਰ ਕੇ ਸਿੱਖ ਸੇਵਕਾਨ ਦਰਸ਼ਨ ਕਰਦੇ ਹਨ। ਬਹੁ ਧਨ ਤਰਹਿ ਉਪਾਇਨ ਅਰਪਹਿ, ਬਹੁਤਾ ਧਨ ਵੀ ਤੇ ਭੇਟਾਵਾਂ ਵੀ ਵਸਤੂਆਂ ਅਰਪਦੇ ਹਨ। ਵਰ ਕੋ ਜਾਚ ਸਰਾਪ ਤੇ ਡਰਪਹਿ, ਤੇ ਵਰ ਮੰਗਦੇ ਹਨ ਤੇ ਸਰਾਪ ਤੋਂ ਡਰਦੇ ਰਹੇ ਕਿ ਕਿਸੇ ਤਰ੍ਹਾਂ ਜੋ ਕੋਪ ਕਰਕੇ ਸਰਾਪ ਨਾ ਦੇਣ। ਜੈ ਜੈਕਾਰ ਗੁਰਨ ਕੋ ਸਾਰੇ, ਤੇ ਆਪ ਜੀ ਦੀ ਹੀ ਜੈ ਜੈਕਾਰ ਮਹਾਰਾਜ ਸਾਹਿਬ ਜੀ ਸਭ ਥਾਈਂ ਉੱਥੇ ਹੋ ਰਹੀ ਹੈ। ਨਮੋ ਕਰਹਿ ਅਰ ਬਿਨੈ ਉਚਾਰੇ, ਜਿਹੜੇ ਭਾਵਨਾ ਵਾਲੇ ਬੇਨਤੀਆਂ ਕਰਦੇ ਹਨ ਨਮਸਕਾਰਾਂ ਕਰਦੇ ਹਨ। ਜਾਨਤ ਹੋ ਵਰਤੈ ਜਗ ਜੀਤੀ, ਜਗਤ ਵਿੱਚ ਜਿਤਨੀ ਕੋ ਵਰਤ ਰਹੀ ਹੈ ਸੋ ਸਭ ਗੱਲਬਾਤ ਜਿਤੀ ਜਿੰਨੀ ਵਰਤਦੀ ਹੈ ਸਭ ਆਪ ਜੀ ਜਾਣਦੇ ਹੋ। ਅਜ਼ਮਤ ਦੀਨ ਕਹੋ ਅਬ ਤਿਤੀ, ਤੇ ਉਨੀ ਜਿੰਨੀ ਵੀ ਸ਼ਕਤੀ ਉੱਥੇ ਦਿਖਾਈ ਹੈ ਉਹ ਅਸੀਂ ਕਹਿ ਕੇ ਹੁਣ ਜੋ ਦੱਸਣਾ ਕਰਾਂਗੇ ਮਹਾਰਾਜ ਸਾਹਿਬ ਜੀ। ਕਬਿਤ ਸੋ ਇੱਥੋਂ ਤੱਕ ਸਾਧ ਸੰਗਤ ਜੀ ਇਹ ਵਿਚਾਰ ਹੋਈ ਹੈ। ਅੱਗੇ ਜਿਸ ਪ੍ਰਕਾਰ ਜੋ ਉਸ ਸਿੱਖ ਨੇ ਸਾਰੀ ਕਰਾਮਾਤ ਬਾਰੇ ਧੰਨ ਸਤਿਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਹੈ ਕਿ ਮਹਾਰਾਜ ਆਪ ਜੀ ਦੇ ਸਾਹਿਬਜ਼ਾਦੇ ਨੇ ਆ ਕਰਾਮਾਤਾਂ ਜਿਹੜੀਆਂ ਉਥੇ ਔਰੰਗਜ਼ੇਬ ਦੇ ਪਾਸ ਪਹੁੰਚਣ ਤੇ ਸਮੇਂ-ਸਮੇਂ ਅਨੁਸਾਰ ਦਿਖਾਈਆਂ ਨੇ, ਉਹ ਕਰਾਮਾਤਾਂ ਬਾਰੇ ਜੋ ਅੱਗੇ ਕਥਨ ਕੀਤਾ ਜਾਵੇਗਾ ਸਭ ਦੱਸਣੀਆਂ ਹਨ। ਇੱਥੋਂ ਤੱਕ ਇਹ ਪ੍ਰਸੰਗ ਦੀ ਵਿਚਾਰ ਹੋਈ ਹੈ। ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨ ਜੀ। ਸੋ ਅਗਲੇ ਦੀਵਾਨ ਵਿੱਚ ਪ੍ਰਸੰਗਾਂ ਦੀ ਵਿਚਾਰ ਹੋਵੇਗੀ। ਸੁਣ ਕੇ ਮਹਾਰਾਜ ਸਾਹਿਬ ਨੇ ਸੋ ਜਿਵੇਂ ਅੱਗੇ ਬਚਨ ਕਰਨੇ ਆਪਣੇ ਸੁਪੁੱਤਰ ਬਾਬਤ ਦੂਰ ਜਾਣ ਵਾਸਤੇ ਕਹਿ ਦੇਣਾ ਹੈ, ਆਪਣੇ ਤੋਂ ਦੂਰ ਰਹਿਣ ਲਈ ਕਹਿ ਦੇਣਾ ਹੈ ਕਿ ਸਾਡੇ ਮੱਥੇ ਨਾ ਲੱਗੇ, ਸਾਡੇ ਵੱਲ ਨਾ ਆਵੇ। ਇਹ ਬਚਨ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ। ਜਾਨਤ ਹੋ ਵਰਤੈ ਜਗ ਜਿਤੀ, ਅਜ਼ਮਤ ਦੀਨ ਕਹੋ ਅਬ ਤਿਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।